तेरे कवन कवन गुण कह कहे गावा, तू साहिब गुणी निधाना। तुम्हारी महिमा वर्ण ना साकूं। तू ठाकुर ऊच भगवाना। माज महला तीजा। इस गुफा में है अखुट पंडारा, तिस विच वसै हर अलख अपारा। इस गुफा में है अखुट पंडारा, तिस विच वसै हर अलख अपारा। आपे गुप्त प्रगट है आपे, गुर शब्दी आप वंझावणिया। हाँ वारी जियों वारी, अमृत नाम मन वसावणिया। अमृत नाम महारस मीठा, गुरमती अमृत पियावणिया। रहाओ हऊँ मैं मार बज्र कपाट खुलाया, नाम अमोलक गुर प्रसादी पाया। बिन शब्द नाम न पाए कोई, गुर कृपा मन वसावणिया। गुर ज्ञान अंजन सच नेत्री पाया, अंतर चानन अज्ञान अंधेर गवाया। ज्योति ज्योत मिली मन मानिया, हर दर शोभा पावणिया। शरीरों पालन को बाहर जाए, नाम न लहै बहुत वेगार दुख पाए। मन मुख अंधे सूझै नाही, फिर किर आए गुरमुख वत पावणिया। गुर प्रसादी सच्चा हर पाए, मन तन वेखै हऊँ मैं मैल जाए। बैस सुथान सद हर गुण गावै, सच्चै शब्द समावणिया। नौ दर ठाके तावत रहाए, दसवें निज कर वासा पाए। उथै अनहद शब्द वजह दिन राती, गुरमती शब्द सुनावणिया। बिन शब्दै अंतर आनेरा, ना वस्त लहै ना चूकै फेरा। सतगुर हथ कूंजी होरत दर खुलै नाही, गुर पूरै भाग मिलावणिया। गुप्त प्रगट तू सबनी थाई, गुर प्रसादी मिल सोजी पाई। नानक नाम सलाह सदा तू, गुरमुख मन वसावणिया। गुप्त प्रगट तू सबनी थाई, गुर प्रसादी मिल सोजी पाई। नानक नाम सलाह सदा तू, गुरमुख मन वसावणिया। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अपर अपार मेहरामत संध्या समय असी सत्संगत का समा माण पा रहे हैं। ये समा गुरु शब्द की व्याख्या का है। इस विच लड़ीवार रूप अंदर जो गुरबाणी विचार होंदी है, माज राग उस विच चल रहा है। गुरु अमरदास महाराज महला तीजा दे सिरनावे हेठ जो अष्टपदे ने वो सानू प्राप्त ने। आप जी ने इस शब्द का पाठ सरवण किया है। इसकी विचार लगातार असी पिछों करते आ रहे हैं। जिथे बीते कल विचार समेटी सी, उत्थों ही अज असीं अगे तोरांगे। जस्ट एक सरसरी नज़र जो है असी रहाओ दे पदे ते पावांगे
ਕਿਉਂਕਿ ਇਹ ਮੁੱਖ ਸੁਨੇਹਾ ਹੈ। ਗੁਰਦੇਵ ਜ਼ਿਕਰ ਕਰ ਰਹੇ ਸੀਗੇ, ਹਉ ਵਾਰੀ ਜਿਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਜਦੋਂ ਇਸ ਸ਼ਬਦ ਨੂੰ ਪੜ੍ਹ ਰਹੇ ਹਾਂ, ਸਮਝ ਰਹੇ ਹਾਂ, ਤੇ ਸਾਨੂੰ ਅਹਿਸਾਸ ਰਹੇ ਕਿ ਸ਼ਬਦ ਸਾਨੂੰ ਕੀ ਦੱਸ ਰਿਹਾ ਹੈ। ਅੰਮ੍ਰਿਤ ਨਾਮ ਮਨ ਵਸਾਵਣਿਆ, ਆਤਮਿਕ ਜੀਵਨ ਦੇਣ ਵਾਲਾ ਨਾਮ ਮਨ ਵਿੱਚ ਵਸ ਜਾਏ। ਇੱਕ ਹੈ ਤੇ ਜੀਵਨ ਜਾਚ ਹੀ, ਵੇ ਆਫ ਲਾਈਫ। ਤੇ ਜੋ ਵੇ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਆ, ਜੋ ਜੀਵਨ ਜੀਣ ਦਾ ਢੰਗ ਤਰੀਕਾ ਜੁਗਤ ਮੈਥਡ ਆ, ਉਹ ਕਿਸੇ ਡੀਪ ਥਾਟ ਤੇ ਖੜਾ ਆ। ਤੇ ਉਸ ਡੀਪ ਥਾਟ ਦੀਆਂ ਕੁਝ ਆਪਣੀਆਂ ਰੂਟਸ ਨੇ ਜੋ ਸਾਡੇ ਅੰਦਰੋਂ ਨਿਕਲਦੀਆਂ ਨੇ। ਨਾਮ ਉਹ ਆਭਾ ਜਿਹੜਾ ਉਸ ਜਿੱਥੇ ਜਾ ਕੇ ਅਸੀਂ ਰੂਟਸ ਦੀ ਗੱਲ ਕਰ ਰਹੇ ਹਾਂ, ਸਾਡੀ ਅੰਦਰ ਦੀ ਜ਼ਹਿਨੀਅਤ ਨੂੰ ਬਦਲਦਾ ਆ। ਆਤਮਿਕ ਤੌਰ ਤੇ ਬੰਦੇ ਨੂੰ ਸੁੱਖ ਸਕੂਨ ਹਰ ਐਕਟ ਵਿੱਚੋਂ, ਜੀਵਨ ਵਿੱਚੋਂ ਮਿਲਣਾ ਚਾਹੀਦਾ। ਖਾਣਾ ਪੀਣਾ, ਰਹਿਣਾ ਸਹਿਣਾ, ਸਭ ਕਿਸੇ ਚੀਜ਼ ਤੇ ਬੰਦੇ ਨੂੰ ਕੋਈ ਗਿਲਟ ਨਾ ਫੀਲ ਹੋਏ, ਰਿਗਰੈਟ ਨਾ ਹੋਏ, ਪਛਤਾਵਾ ਨਾ ਹੋਏ। ਤੇ ਜੀਵਨ ਦੇ ਕਿਸੇ ਯਾਪਨ ਨੂੰ ਕਰਦੇ ਹਾਂ ਬੰਦੇ ਨੂੰ ਇਹ ਮਹਿਸੂਸ ਨਾ ਹੋਏ ਕਿ ਉਹ that was not ethically right, that wasn't appropriate, that wasn't based on humanity or principles। ਇਹੋ ਜਿਹਾ ਅਹਿਸਾਸ ਬੰਦੇ ਦੇ ਜੀਵਨ 'ਚੋਂ ਖਤਮ ਹੋ ਜਾਏ। ਇਹ ਹੈ ਨਾਮ, ਅੰਮ੍ਰਿਤ ਨਾਮ। ਗੁਰੂ ਬਾਬਾ ਜੀ ਕਹਿੰਦੇ, ਜਿਨ੍ਹਾਂ ਨੇ ਜੀਵਨ ਨੂੰ ਇਸ ਤਰੀਕੇ ਦੇ ਨਾਲ ਪਾਕ ਸਾਫ਼ ਕਰਕੇ ਜੀਣ ਦਾ ਅਹਿਦ ਲਿਆ ਆ, ਮੈਂ ਉਹਨਾਂ ਤੋਂ ਵਾਰਨੇ ਜਾਣਾ ਵਾਂ। ਅਗਲੀ ਸਤਰ ਸੀ ਇਸੇ ਪਾਵਨ ਰਹਾਉ ਦੇ ਪਦੇ ਦੀ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਅਗੇਨ even though we have discussed it in a very detailed way, but still ਗੱਲ ਜਿਹੜੀ ਹੈਗੀ ਹੈ ਕਿ ਜਿਹੜੀ ਇਸ ਤਰ੍ਹਾਂ ਦੀ ਚੀਜ਼, ਇਸ ਤਰ੍ਹਾਂ ਦਾ ਜੀਵਨ, ਇਸ ਤਰ੍ਹਾਂ ਦੀ ਸੋਚ ਬੰਦੇ ਨੂੰ ਚੰਗੀ ਲੱਗ ਜਾਏ, ਮਿੱਠੀ ਲੱਗ ਜਾਏ। ਇਹ ਸ਼ਬਦ ਪੜ੍ਹਦੇ ਨੇ ਵੀ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ। ਜੇ ਮੈਨੂੰ ਝਿੜਕਦਾ ਆ ਤੇ ਮੈਨੂੰ ਮਿੱਠਾ ਲੱਗਦਾ ਆ, ਝਿੜਕ ਮਿੱਠੀ ਲੱਗ ਜਾਣੀ। ਤੇ ਮਿੱਠੀ ਇਹ ਨਹੀਂ ਹੁੰਦਾ ਕਿ ਇਨੀਸ਼ੀਅਲ ਸਟੇਜ ਤੇ ਬੰਦਾ ਸੋਚਦਾ ਵੀ ਜਦੋਂ ਕੋਈ ਤੁਹਾਨੂੰ ਕਿਸੇ ਕਿਸਮ ਦੇ ਨਾਲ ਕਿਸੇ ਚੀਜ਼ ਦੇ ਕੌਨਸੀਕੁਐਂਸਿਸ ਫੇਸ ਕਰਨੇ ਪੈਂਦੇ ਨੇ, ਜਾਂ ਤੁਹਾਨੂੰ ਕੋਈ ਡਾਂਟ ਫਟਕਾਰ ਹੀ ਪੈਂਦੀ ਹੈ, ਐਂਡ ਯੂ ਰੀਅਲੀ ਗੈਟ ਹੈਪੀਨੈਸ ਫਰੋਮ ਦੈਟ। ਨੋ, ਲੱਗਦਾ ਤੇ ਹੈ ਕਿ ਭਾਈ ਹਾਰਡ ਆ, ਔਖਾ ਆ, ਪਰ ਇਨਡੀਡ ਅੰਦਰ ਇਹ ਪਤਾ ਹੋਏ ਵੀ ਐਟਲੀਸਟ ਕੋਈ ਮੈਨੂੰ ਅਕਾਊਂਟੇਬਲ ਬਣਾ ਰਿਹਾ, ਕੋਈ ਮੈਨੂੰ ਠੀਕ ਕਰ ਰਿਹਾ, ਦਰੁਸਤ ਕਰ ਰਿਹਾ। ਇਹ ਚੀਜ਼ ਹੈ ਮਿੱਠਾ ਲੱਗਣ ਦਾ ਭਾਵ ਹੈ। ਅੰਮ੍ਰਿਤ ਨਾਮ ਮਹਾਰਸ ਮਿੱਠਾ, ਇੱਥੋਂ ਜਾ ਕੇ ਮਹਾਰਸ ਹੈ। ਇਹ ਜੀਵਨ ਇਹ ਤੇ ਹੈ ਨਹੀਂ ਕਿ ਕੋਈ ਐਕਚੁਅਲੀ ਬੜਾ ਜਿਹਨੂੰ ਕਿਹਾ ਜਾਏ ਕਿ ਸਿੰਪਲ ਸਾਡਾ ਲਾਈਫ ਬਿਜ਼ਨਸ ਹੈਗਾ। ਇਹ ਜ਼ਿੰਦਗੀ ਹੈ, ਬੜੀ ਕੰਪਲੈਕਸ ਆ। ਇਸ ਕੰਪਲੈਕਸਿਟੀ ਨੂੰ ਜਿਹੜਾ ਚੀਜ਼ ਡਰਾਈਵ ਕਰ ਰਿਹਾ ਉਹ ਮਿਜ਼ਰੀ ਮਸ਼ੀਨ ਹੈ, ਫੁੱਲ ਵਿਦ ਮਿਜ਼ਰੀ, ਮਿਜ਼ਰੇਬਲ ਹੈ, ਬੜੀ ਬਦੀ ਨਾਲ ਭਰੀ ਪਈ ਹੈ। ਪਰ ਉਸ ਸਭ ਨੂੰ ਚੰਗੇ ਵਿਚਾਰ, ਖਿਆਲ, ਜੀਵਨ ਜਾਚ, ਜੀਵਨ ਦਾ ਡਿਸਿਪਲਿਨ ਮਿੱਠਾ ਲੱਗ ਜਾਏ। ਗੁਰੂ ਬਾਬਾ ਜੀ ਕਹਿੰਦੇ ਜਿਹੜਾ ਇਹ ਜੀਵਨ ਵਿੱਚ ਇਸ ਤਰੀਕੇ ਨਾਲ ਸੋਚਣ ਲੱਗ ਗਿਆ, ਮੈਂ ਉਹਦੇ ਤੋਂ ਕੁਰਬਾਨ ਜਾਨਾ ਵਾਂ। ਸੋ ਬਚਨ ਇਹ ਸੀਗਾ ਕਿ ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰਮਤੀ ਅੰਮ੍ਰਿਤ ਪਿਆਵਣਿਆ। ਗੁਰੂ ਸਾਹਿਬ, ਜੇ ਮੈਂ ਵੀ ਇਸ ਤਰ੍ਹਾਂ ਦਾ ਜੀਵਨ ਜੀਣਾ ਚਾਹਾਂ, if I really want to enjoy that kind of state of mind where I want to work toward my actions, toward my choices, and I always have some kind of hunger or some kind of, you can say, seeker. I'm a seeker of spiritual life. ਇਹ ਕਿਵੇਂ ਹੋ ਸਕਦਾ? ਹਾਊ ਇਜ਼ ਪੋਸੀਬਲ ਵੀ ਮੇਰੇ ਅੰਦਰ ਇਸ ਕਿਸਮ ਦੀ ਬਾਤ ਆ ਜਾਏ? ਤੇ ਗੁਰੂ ਸਾਹਿਬ ਨੇ ਕਿਹਾ ਇਹ ਤਾਂ ਹੀ ਪੋਸੀਬਲ ਆ ਜੇ ਕਿਤੇ ਗੁਰੂ ਤਰਸ ਕਰੇ, ਤੇ ਗੁਰੂ ਤਰਸ ਕਰਕੇ ਗੁਰਮਤੀ ਅੰਮ੍ਰਿਤ ਪਿਆਵਣਿਆ, ਗੁਰੂ ਕੀ ਮਤ ਦੇ ਜ਼ਰੀਏ ਇਹ ਅੰਮ੍ਰਿਤ ਆਪਾਂ ਪੀ ਸਕਦੇ ਹੈਗੇ ਆ। ਰਹਾਓ ਅੱਗੇ ਜੋ ਬਚਨ ਅਸੀਂ ਵਿਚਾਰਦੇ ਸੀਗੇ, ਬੀਤੇ ਕੱਲ 6 ਨੰਬਰ ਪਦਾ ਸੀਗਾ ਕਿ ਦਸਵੇਂ ਨਿਜ ਕਰਵਾਸਾ ਪਾਏ, ਉਥੇ ਅਨਹਦ ਸ਼ਬਦ ਵਜਹਿ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਹੁਣ ਉਹ ਜਦੋਂ ਅਨਹਦ ਸ਼ਬਦ ਦੀ ਗੱਲ ਆ ਗਈ, ਦਸਮ ਦੁਆਰ ਦੀ ਗੱਲ ਆ ਗਈ, ਇਹਦੇ ਵਿੱਚ ਫਿਰ ਮੈਂ ਮਾਫੀ ਚਾਹਾਂਗਾ ਕਿ ਇਹ ਕੋਈ ਮੇਰਾ ਕੋਈ ਫਾਈਨਲ ਵਰਡਿਕਟ ਨਹੀਂ ਹੈਗਾ। ਗੁਰਬਾਣੀ ਹੈ, ਜਿਵੇਂ ਜਿਵੇਂ ਤੁਸੀਂ ਪੜ੍ਹਦੇ ਹੋ, ਸਮਝਦੇ ਹੋ, ਜਿਵੇਂ ਤੁਹਾਨੂੰ ਚੀਜ਼ਾਂ ਉਸ ਤਰੀਕੇ ਦੇ ਨਾਲ ਤੁਸੀਂ ਐਕਸਪਲੋਰ ਕਰਦੇ ਹੋ, ਅਤੇ ਸਾਡੇ ਕੋਲ ਜੋ ਗੁਰਮੁਖਾਂ ਦਾ
ਲਿਖਿਆ ਹੁਣ ਤੱਕ ਦਾ ਲਿਟਰੇਚਰ ਹੈ, ਜਿਹਦੇ 'ਚ ਜੇ ਮੈਂ ਨਾਂ ਲਵਾਂ ਭਾਈ ਵੀਰ ਸਿੰਘ ਜੀ ਤੋਂ ਲੈ ਕੇ ਭਾਈ ਕਾਹਨ ਸਿੰਘ ਨਾਭਾ ਨੂੰ ਲੈ ਲਓ, ਭਾਈ ਪ੍ਰੋਫੈਸਰ ਸਾਹਿਬ ਸਿੰਘ ਜੀ ਨੂੰ ਲੈ ਲਓ, ਪ੍ਰਿੰਸੀਪਲ ਤੇਜਾ ਸਿੰਘ ਨੂੰ ਲੈ ਲਓ, ਗਿਆਨੀ ਹਰਬੰਸ ਸਿੰਘ, ਬਹੁਤ ਸਾਰੇ ਗੁਰਮਤ ਦੇ ਜਿਹੜੇ ਜਿਨ੍ਹਾਂ ਨੇ ਗੁਰਮਤ ਦੀ ਟਰਾਂਸਲੇਸ਼ਨ, ਗੁਰਬਾਣੀ ਦੀ ਟਰਾਂਸਲੇਸ਼ਨ ਪ੍ਰੋਵਾਈਡ ਕਰਾਈ, ਸਾਰਾ ਕੁਝ। ਸੋ ਇਹ ਸਭ ਦੇ ਅਹਿਸਾਸ ਦੇ ਨਾਲ ਫਿਰ ਬਾਣੀ ਦਾ ਜਿਹੜਾ ਸਕੂਲ ਤੁਸੀਂ ਪੜ੍ਹਦੇ ਹੋ, ਇਹਦੇ 'ਚ ਇਹ ਹੈਗਾ ਕਿ ਜਿਵੇਂ ਯੋਗਿਕ ਇੱਕ ਕਿਰਿਆ ਕਲਾਪਾਂ 'ਚ ਫਸੇ ਹੋਏ ਲੋਕਾਂ ਨੇ ਕਿਹਾ ਕਿ ਇੱਕ ਮੱਥੇ ਦੇ ਦਰਮਿਆਨ ਕੋਈ ਹੈਗੀ ਇਹ ਚੀਜ਼ ਜੋ ਮਤਲਬ ਅਯੋਮ ਵਿਯੋਮ ਕਰਦਿਆਂ ਹੋਇਆਂ ਅੰਦਰੋਂ ਜਾ ਕੇ ਖੁੱਲ੍ਹਦੀ ਹੈ, ਅਤੇ ਫਿਰ ਬੰਦਾ ਉਸ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਪ੍ਰਾਪਤ ਕਰਦਾ ਹੈ, ਦੁਆਰ ਖੁੱਲ੍ਹ ਜਾਂਦਾ ਹੈ। ਇਹ ਸਭ ਚੀਜ਼ਾਂ ਇਟਸ ਏ ਮਕੈਨਿਜ਼ਮ। ਇਹਦੇ 'ਚ ਇੱਕ ਤਾਂ ਚੀਜ਼ ਬੜੀ ਗਲੈਮਰਾਈਜ਼ਡ ਵੇ ਦੇ ਨਾਲ ਪ੍ਰੈਜ਼ੈਂਟ ਕੀਤੀ ਜਾਂਦੀ ਹੈ, ਅਤੇ ਚੰਗੀ ਬੜੀ ਲੱਗਦੀ ਹੈ। ਦੂਸਰਾ ਭਾਈ ਗੱਲ ਤਾਂ ਹੈ ਜਿਹੜੀ ਅਕਾਊਂਟੇਬਿਲਿਟੀ ਹੈ, ਬੰਦੇ ਨੂੰ ਉਹਦੇ ਐਕਟ ਵਾਸਤੇ, ਉਹਦੇ ਅਮਲ ਵਾਸਤੇ, ਉਹਦੇ ਵਿੱਚ ਉਹਨੂੰ ਕਹਿਣਾ ਕਿ ਹਾਂ ਭਾਈ ਤੇਰੀ ਜ਼ਿੰਮੇਵਾਰੀ ਤੈਅ ਹੋਏਗੀ ਇਹਦੇ ਅੰਦਰ, ਉਨੀ ਦੇਰ ਤੱਕ ਬੰਦੇ ਦਾ ਪਤਾ ਨਹੀਂ ਲੱਗਦਾ। ਜੋ ਲੋਕ ਮੌਂਕ ਬਣ ਗਏ, ਯੋਗੀ ਬਣ ਗਏ, ਬੈਰਾਗੀ ਬਣ ਗਏ, ਸੰਸਾਰ ਛੱਡ ਕੇ ਹੀ ਭੱਜ ਗਏ, ਉਹਨਾਂ ਨੂੰ ਅਕਾਊਂਟੇਬਲ ਕੌਣ ਬਣਾਏਗਾ? ਮੈਨੂੰ ਕ੍ਰੋਧ ਆਉਂਦਾ ਹੈ ਕਿ ਨਹੀਂ ਆਉਂਦਾ, ਇਹਦਾ ਪਤਾ ਪਰਿਵਾਰ ਵਿੱਚ ਰਹਿ ਕੇ ਲੱਗੇਗਾ, ਸੰਸਾਰ ਵਿੱਚ ਰਹਿ ਕੇ ਲੱਗੇਗਾ। ਤੁਸੀਂ ਚੀਜ਼ਾਂ ਨੂੰ ਦੇਖੋ। ਅਸੀਂ ਬਾਈ ਚਾਂਸ ਅਮਰੀਕਾ 'ਚ ਇਲੈਕਸ਼ਨ ਦਾ ਚੱਲ ਰਿਹਾ ਸਾਰਾ ਪ੍ਰਚਾਰ ਪ੍ਰਸਾਰ, ਸਾਡੇ ਵੀ ਇੱਥੇ ਬੜਾ ਉਹਦਾ ਰੌਲਾ ਰੱਪਾ ਪਿਆ ਰਹਿੰਦਾ, ਬੜੀਆਂ ਪੋਲੀਟਿਕਸ ਦੇ ਨਾਲ ਰਲੀਆਂ ਹੋਈਆਂ ਚੀਜ਼ਾਂ ਅਸੀਂ ਸੁਣਦੇ ਸਮਝਦੇ ਹਾਂ। ਸਮ ਟਾਈਮ ਪੀਪਲ ਆਸਕ ਮੀ ਵੈਰੀ ਬਲੰਟ ਕੁਐਸਚਨ, ਭਾਈ ਸਾਹਿਬ ਵਟ ਡੂ ਯੂ ਥਿੰਕ ਹੂ ਕੈਨ ਬੀ ਏ ਲੀਡਰ, ਪ੍ਰੋਪਰ ਲੀਡਰ, ਇੱਕ ਪੂਰਾ ਵਧੀਆ ਲੀਡਰ ਕੌਣ ਹੋ ਸਕਦਾ? ਆਪੋ ਆਪਣੇ ਲੋਕਾਂ ਦੀ ਸੋਚ ਹੋ ਸਕਦੀ ਹੈ, ਪਰ ਕੁਛ ਚੀਜ਼ਾਂ ਜ਼ਾਹਿਰਾ ਤੌਰ 'ਤੇ ਤੁਹਾਨੂੰ ਨਜ਼ਰ ਪੈ ਜਾਂਦੀਆਂ ਨੇ। ਆਪ ਨੂੰ ਯਾਦ ਹੋਏਗਾ ਸ਼ਾਇਦ ਬਰਾਕ ਓਬਾਮਾ ਸੀਗਾ, ਪਬਲਿਕਲੀ ਐਡਰੈਸ ਕਰ ਰਿਹਾ ਸੀਗਾ, ਅਤੇ ਉੱਥੇ ਐਡਰੈਸ ਕਰਨ ਲੱਗਿਆ ਉਹਨੂੰ ਖੜ੍ਹੇ ਹੋ ਕੇ ਕਿਸੇ ਨੇ ਕਹਿ ਦਿੱਤਾ ਕਿ ਯੂ ਆਰ ਏ ਲਾਇਰ, ਯੂ ਆਰ ਲਾਇੰਗ, ਖੜ੍ਹੇ ਹੋ ਕੇ। ਹੁਣ ਉੱਥੇ ਗੱਲ ਇਹ ਹੁੰਦੀ ਹੈ ਕਿ ਬੰਦੇ ਦਾ ਸੈਲਫ ਕੰਟਰੋਲ ਕਿੰਨਾ ਆ। ਸਿਚੁਏਸ਼ਨ ਤੇ ਅਕੋਰ ਹੋ ਗਈ ਹੁਣ, ਤੇ ਉਹ ਫਿਰ ਉਹ ਜਵਾਬ ਦਿੰਦਾ ਹੈ ਕਿ ਵੀ ਤੇਰਾ ਕੁਐਸਚਨ ਹੈ, ਮੈਂ ਜਵਾਬ ਦਿਆਂ, ਮੈਂ ਲੀਡਰ ਹਾਂ ਅਤੇ ਮੈਂ ਤੈਨੂੰ ਜਵਾਬ ਦਿਆਂ, ਅਤੇ ਫਿਰ ਉਹ ਜਵਾਬ ਦਿੰਦਾ ਕਿ ਨੋ ਆਈ ਐਮ ਨੋਟ ਲਾਇੰਗ। ਵੈਰੀ ਸਿੰਪਲ। ਹਾਲਾਂਕਿ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਕਹਿੰਦੇ ਵੀ ਯੂ ਆਰ ਲਾਇਰ, ਯੂ ਆਰ ਲਾਇੰਗ, ਇਹਦਾ ਮਤਲਬ ਇਹ ਅਸੀਂ ਅਗਲੇ ਨੂੰ ਪ੍ਰੋਵੋਕਿੰਗ ਕਰ ਰਹੇ ਹਾਂ, ਅਗਲਾ ਬੰਦਾ ਆਪੇ ਤੋਂ ਬਾਹਰ ਆ ਜਾਏ। ਤੇ ਪ੍ਰੋਵੋਕਿੰਗ ਹੋਏਗੀ ਤੇ ਫਿਰ ਕੀ ਹੋਏਗਾ? ਲੜਾਈ। ਬੰਦਾ ਉਹਦੇ ਲੈਵਲ ਤੇ ਆ ਜਾਏਗਾ, ਫਿਰ ਤੇ ਮੈਸ ਬਣ ਜਾਏਗੀ ਨਾ। ਸਾਡੇ ਇੱਥੇ ਮਿਸਾਗਾ 'ਚ ਜਗਮੀਤ ਦਾ ਇੰਸੀਡੈਂਟ ਤੁਹਾਨੂੰ ਯਾਦ ਹੋਣਾ ਸਾਰਿਆਂ ਨੂੰ, ਉਹ ਬੜੇ ਰੇਸ਼ੀਅਲ ਉਹਨੇ ਰਿਮਾਰਕ ਕੀਤੇ, ਵੀਡੀਓ ਬਣੀ, ਵਰਲਡ ਵਾਈਡ ਸਪਰੈਡ ਹੋਈ। ਤੇ ਦੈਟ ਟਾਈਮ ਇਹ ਵੀ ਕੋਈ ਕਰਤਾਰੀ ਬਖਸ਼ਿਸ਼ ਹੁੰਦੀ ਹੈ, ਅਤੇ ਉਹਦਾ ਜਿਹੜਾ ਆਨਸਰ ਸੀਗਾ ਕਿ we are not scared from you, but at the same time we will face you with courage and love. ਇਹ ਨਹੀਂ ਕਿ ਤੂੰ ਐਵੇਂ ਬੋਲ ਰਹੀ ਹੈ ਜਾਂ ਇਸ ਤਰੀਕੇ ਨਾਲ ਕਹੇਂਗੇ ਤੇ ਇਹਦੇ ਨਾਲ ਅਸੀਂ ਡਰ ਜਾਵਾਂਗੇ, ਨਹੀਂ, ਡਰਨ ਵਾਲੀ ਗੱਲ ਨਹੀਂ ਹੈ, ਦਲੇਰੀ ਨਾਲ ਕੰਮ ਕਰਾਂਗੇ। ਪਰ ਇਹ ਨਹੀਂ ਕਿ ਤੂੰ ਐਵੇਂ ਬੋਲ ਰਹੀ ਹੈ ਤੇ ਨਫ਼ਰਤ ਕਰਾਂਗੇ, ਨਹੀਂ, ਹੱਕ ਹੈ ਸਾਰਿਆਂ ਨੂੰ ਬੋਲਣ ਦਾ। ਸੋ ਇਹ ਜਿਹੜੀ ਚੀਜ਼ ਹੈ, ਇਹ ਹੈ ਕਿ ਸਿਚੁਏਸ਼ਨ ਅਕਰ ਹੁੰਦੀ ਹੈ, ਉਹਦੇ ਵਿੱਚ ਤੁਸੀਂ ਰਿਸਪੌਂਸ ਕਿਵੇਂ ਕਰਨਾ ਆ। ਜਿਹੜਾ ਬੰਦਾ ਸਿਚੁਏਸ਼ਨ ਹੀ ਛੱਡ ਗਿਆ, ਜਿਹੜਾ ਬੰਦਾ ਸੰਸਾਰ ਹੀ ਛੱਡ ਗਿਆ, ਪਰਿਵਾਰ ਹੀ ਛੱਡ ਗਿਆ, ਸਮਾਜ ਹੀ ਛੱਡ ਗਿਆ, ਸਿਚੁਏਸ਼ਨ ਹੀ ਨਹੀਂ ਬਣਨੀ। ਇਹੋ ਜਿਹੇ ਹਾਲਾਤਾਂ 'ਚ ਪਵਾਂਗੇ ਤੇ ਪਤਾ ਲੱਗੇਗਾ ਨਾ ਗੁੱਸਾ ਆਉਂਦਾ ਹੈ ਕਿ ਨਹੀਂ ਆਉਂਦਾ, ਅੰਦਰ ਦੀ ਕੈਮਿਸਟਰੀ ਬਦਲਦੀ ਹੈ ਕਿ ਨਹੀਂ ਬਦਲਦੀ, ਫਰਸਟ੍ਰੇਸ਼ਨ ਆਉਂਦੀ ਹੈ ਕਿ ਨਹੀਂ ਆਉਂਦੀ। ਇੱਥੇ ਜਾ ਕੇ ਬੰਦੇ ਦੀ ਰੂਹਾਨੀਅਤ ਟੈਸਟ ਹੁੰਦੀ ਹੈ। ਬੰਦਾ ਕਿਤੇ ਇੱਕ ਬੜੇ ਆਪਣੀ ਜਗ੍ਹਾ ਬਣਾ ਕੇ ਆਪਣੇ ਜੰਗਲ 'ਚ ਆਪਣੇ ਡੇਰੇ 'ਚ ਬੈਠ ਕੇ ਉੱਥੇ ਬੈਠਾ ਹੋਇਆ ਕਹੀ ਜਾ ਮੇਰਾ 10ਮ ਦੁਆਰ ਖੁੱਲ੍ਹ ਗਿਆ ਅਤੇ ਮੈਂ ਉੱਥੇ ਪਹੁੰਚ ਗਿਆ ਅਤੇ ਉੱਥੇ ਪਹੁੰਚ ਗਿਆ। ਭਾਈ ਠੀਕ ਹੈ, ਇੱਥੇ ਕਿਹੜਾ ਕਿਸੇ ਨੂੰ ਤੈਨੂੰ ਕਿਸੇ ਨੇ ਜਿਹੜਾ ਅਕਾਊਂਟੇਬਲ ਕਰਨਾ ਇਹਦੇ ਬਾਰੇ। ਇਹੋ ਜਿਹੀਆਂ ਚੀਜ਼ਾਂ ਪਹਿਲੇ ਦਿਨ ਤੋਂ ਰਹੀਆਂ। ਗੁਰੂ ਬਾਬਾ ਜੀ ਨੇ ਕਿਹਾ ਨਾ, ਇਹਦਾ ਪਤਾ ਲੱਗਿਆ ਵਿੱਚ ਦੁਨੀਆ ਸੇਵ ਕਮਾਈ ਹੈ, ਸੰਸਾਰ ਚ ਆ ਪਾਏ। ਇੱਥੇ ਆ ਕੇ ਫਿਰ 10ਮ ਦੁਆਰ ਦੇ ਮਾਇਨੇ ਵੀ ਬਦਲਣਗੇ। ਇਹਦੇ ਮਾਇਨੇ ਉਹ ਨਾ ਰਹਿਣਗੇ ਕਿ ਅੰਦਰ ਕੋਈ ਗੜ ਕੁੱਟ ਗਿਆ ਤੇ ਉਹ ਅੰਦਰ ਕੋਈ ਚੀਜ਼ ਖੁੱਲ ਗਈ ਹੈ ਨਾ, ਇਹ ਤੇ ਮਾਇਨੇ ਬਦਲਣਗੇ। ਬੰਦੇ ਦੇ ਵਿੱਚ
ਇੱਕ ਆਮ ਹਾਲਤਾਂ ਦੇ ਵਿੱਚ ਕੀ ਐਕਸਟਰਾ ਆਰਡੀਨਰੀ ਚੀਜ਼ ਹੈ ਜਿਹੜੀ ਆਰਡੀਨਰੀ ਲੈਵਲ ਤੇ ਤੁਸੀਂ ਨਹੀਂ ਵੇਖ ਪਾ ਰਹੇ। ਇੱਕ ਐਕਸਟਰਾ ਚੀਜ਼ ਹੈ ਜਿਹੜੀ ਇਸ ਹਿਊਮਨ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਆਉਂਦੀ, ਜਿਹਦੇ 'ਚ ਕਿਹਾ ਜਾਏ ਕਿ ਕੋਈ ਡਿਵਾਈਨ ਇਹਦੇ 'ਚ ਸਬਸਟੈਂਸ ਦਿਸ ਰਿਹਾ ਹੈਗਾ, ਕੋਈ ਉਹ ਤੱਤ ਆ ਰਿਹਾ ਹੈਗਾ। ਉਹਨੂੰ ਗੁਰੂ ਬਾਬਾ ਜੀ ਨੇ ਕਿਹਾ ਅਨਹਦ ਸ਼ਬਦ। ਇੱਕ ਐਸਾ ਅੰਦਰ ਗਿਆਨ ਦੀ ਤਾਰ ਖੜਕਦੀ ਹੈ, ਸੋਝੀ ਦੀ ਤਾਰ ਖੜਕਦੀ ਹੈ, ਜਿਹੜੀ ਜਿਸ ਸਮੇਂ ਜਦੋਂ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਆਪੇ ਵੀ ਦੇਖੋਗੇ ਕਹਿੰਦੇ ਨੇ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਵਿਨਾਸ਼ ਦਾ ਸਮਾਂ ਹੁੰਦਾ ਬੰਦੇ ਦੀ ਬੁੱਧੀ ਵਿਪਰੀਤ ਹੋ ਜਾਂਦੀ ਹੈ, ਉਹ ਪੁੱਠੀ ਹੋ ਜਾਂਦੀ ਹੈ। ਇਹਨੂੰ ਅਸੀਂ ਕਈ ਵਾਰੀ ਖੋਪਰੀ ਪੁੱਠੀ ਹੋ ਗਈ ਇਹਦੀ। ਮਤਲਬ ਜਦੋਂ ਅਕਲ ਦੀ ਸਭ ਤੋਂ ਵੱਧ ਲੋੜ ਹੁੰਦੀ ਉਦੋਂ ਅਕਲ ਕੰਮ ਕਰਨਾ ਬੰਦ ਕਰ ਦਿੰਦੀ ਹੈ। ਐਕਚੁਅਲੀ ਚਾਹੀਦਾ ਇਹ ਹੈ ਜਦੋਂ ਜ਼ਿਆਦਾ ਲੋੜ ਆ ਉਦੋਂ ਜ਼ਿਆਦਾ ਕੰਮ ਕਰੇ, ਜ਼ਿਆਦਾ ਵਾਈਜ਼ਲੀ ਇਸ ਤਰੀਕੇ ਨਾਲ ਆ ਜਾਏ। ਇਹਨੂੰ ਸਰਲ ਭਾਵ ਵਿੱਚ ਐਗਜ਼ਾਮਪਲ ਕਰਕੇ ਫਿਰ ਬਚਨ ਤੇ ਆਉਣਾ ਵਾਪਸ। ਜਿਹੜਾ ਬਚਨ ਸੀਗਾ ਨਾ ਕਿ ਇੱਥੇ ਮਹਾਰਾਜ ਕਹਿੰਦੇ ਉੱਥੇ ਅਨਹਦ ਸ਼ਬਦ ਵਜਹ ਦਿਨ ਰਾਤੀ। ਯੂਕੇ 'ਚ ਮੇਰਾ ਇੱਕ ਬੜਾ ਨੋਨ ਫੈਮਿਲੀ ਹੈਗੀ, ਪਰਿਵਾਰ ਹੈ, ਬੜੀ ਸਾਂਝ ਆ ਉਹਨਾਂ ਨਾਲ ਮੇਰੀ। ਅਤੇ ਉਹ ਬਜ਼ੁਰਗ ਸੀਗੇ, 80 ਕ੍ਰੋਸ ਕਰ ਗਏ, 80 ਅਤੇ 80ਵਿਆਂ ਦੇ ਕ੍ਰੋਸ ਕਰਨ ਤੋਂ ਬਾਅਦ ਅਜੇ ਵੀ ਉਹ ਗੱਡੀ ਡਰਾਈਵ ਕਰਦੇ ਨੇ। ਆਪਣੀ ਡਾਕਟਰ ਦੀ ਅਪੋਇੰਟਮੈਂਟ 'ਤੇ ਆਪ ਜਾਂਦੇ ਨੇ, ਬੈਂਕ ਆਪ ਜਾਂਦੇ ਨੇ, ਸਾਰਾ ਕੰਮ ਆਪ ਕਰਦੇ ਨੇ। ਅਤੇ ਇੱਕ ਦੋ ਸੱਜਣਾਂ ਨੇ ਕਿਤੇ ਕਿਹਾ ਉਹਨਾਂ ਦੇ ਬੇਟੇ ਨੂੰ, ਵੀਰ ਜੀ ਉਹ ਵੀ ਏਜਡ ਹੈਗੇ, ਅਰਾਊਂਡ 60 ਦੇ ਵਿੱਚ ਨੇ, ਉਹਨਾਂ ਨੂੰ ਕਿਹਾ ਗਿਆ ਕਿ ਉਹ ਅਸੀਂ ਅੰਕਲ ਨੂੰ ਦੇਖਿਆ 2-4 ਵਾਰੀ ਰੋਡ 'ਤੇ ਗੱਡੀ ਚਲਾਉਂਦੇ ਨੇ, ਅੰਕਲ ਤੇ ਗੱਡੀ ਬੜੀ ਫਾਸਟ ਚਲਾਉਂਦੇ ਨੇ, ਤੁਸੀਂ ਏਜ ਬੜੀ ਹੋ ਗਈ ਹੈ। ਨਹੀਂ, ਨੋ ਡਾਊਟ ਗੱਡੀ ਸੇਫ ਚਲਾਉਂਦੇ ਨੇ, ਪਰ ਫਿਰ ਵੀ ਜੇ ਕਿਤੇ ਇਨ ਕੇਸ ਕੋਈ ਹੋਰ ਹੀ ਮਿਸਟੇਕ ਕਰਦੇ ਅਤੇ ਗੱਡੀ ਕਿਤੇ ਲੱਗ ਜੇ, ਕੁਛ ਹੋ ਜੇ, ਉਹਨਾਂ ਦੀ ਹੈਲਥ ਵੀ ਠੀਕ ਹੈ, ਏਜ ਵੀ ਹੋਈ ਹੈ, ਜੇ ਕੁਝ ਇਹੋ ਜਿਹੇ ਕੁਛ ਹੋ ਜਾਏ ਤਾਂ ਇਸ ਕਰਕੇ ਥੋੜ੍ਹਾ ਕਹਿ ਦੇਣਾ ਚਾਹੀਦਾ। ਅਤੇ ਉਹ ਮੈਂ ਬਾਈ ਚਾਂਸ ਨਾਲ ਸੀਗਾ ਉਦੋਂ, ਅਸੀਂ ਇਕੱਠੇ ਕਿਤੇ ਜਦੋਂ ਇਹ ਗੱਲ ਕਹੀ ਜਾ ਰਹੀ ਹੈ। ਅਤੇ ਉਹ ਅੱਗੋਂ ਜਵਾਬ ਦਿੰਦੇ ਉਹਨੂੰ, ਕਹਿੰਦੇ ਜੇ ਤੁਸੀਂ ਮੇਰੇ ਤੋਂ ਪੁੱਛਦੇ ਹੋ ਤਾਂ ਮੈਂ ਤਾਂ ਮਨਿਸਟਰੀ ਨੂੰ ਖੁਦ ਲਿਖ ਕੇ 2-3 ਵਾਰੀ ਦੇਣ ਨੂੰ ਤਿਆਰ ਹੋਇਆ ਵੀ ਲਾਇਸੈਂਸ ਲੈ ਲਓ ਇਹਨਾਂ ਦਾ, ਦੈਟਸ ਇਟ। ਅਸੀਂ ਲੈ ਕੇ ਜਾਵਾਂਗੇ, ਘਰ ਡਰਾਈਵਰ ਰੱਖਾਂਗੇ, ਜੋ ਮਰਜ਼ੀ, ਅਸੀਂ ਤਾਂ ਆਪ ਕਹਿ ਚੁੱਕੇ ਹਾਂ ਮਨਿਸਟਰੀ ਨੂੰ। ਉਹ ਕਹਿੰਦੇ ਤੇ ਈਜ਼ੀ ਆ, ਫਿਰ ਤੁਸੀਂ ਲਿਖ ਕੇ ਦੇ ਦਿਓ ਵੀ ਇਸ ਤਰੀਕੇ। ਉਹ ਕਹਿੰਦੇ ਜੇ ਲਿਖ ਕੇ ਦਿੱਤਾ ਆ, ਉਹ ਹੁੰਦਾ ਇਹ ਹੈ ਕਿਉਂਕਿ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਉਹ ਲੈ ਨਹੀਂ ਸਕਦੇ, ਅਤੇ ਉਹਦੇ ਵਿੱਚ ਉਹ ਵੱਧ ਤੋਂ ਵੱਧ ਇਹਨਾਂ ਕਰ ਸਕਦੇ ਨੇ ਕਿ ਇਹਨਾਂ ਨੂੰ ਕੋਈ 6 ਮਹੀਨੇ ਬਾਅਦ ਉਹ ਐਕਸਟਰਾ ਇਹਨਾਂ ਦੀ ਆਈ ਸਾਈਟ ਚੈੱਕ ਕਰਨ ਵਾਸਤੇ, ਇਹਨਾਂ ਦੀ ਹੀਅਰਿੰਗ ਚੈੱਕ ਕਰਨ ਵਾਸਤੇ, ਇਹਨਾਂ ਦੀ ਕੋਗਨੀਸ਼ਨ ਫੰਕਸ਼ਨਿੰਗ ਪ੍ਰੋਪਰ ਹੈ ਕਿ ਨਹੀਂ, ਉਹ ਟੈਸਟ ਕਰਨ ਵਾਸਤੇ ਐਗਜ਼ਾਮਿਨ ਕਰ ਸਕਦੇ ਨੇ। ਅਤੇ ਕਹਿੰਦੇ ਫਿਰ ਕਹਿੰਦੇ ਚਲੇ ਜਾਂਦੇ ਨੇ ਐਂਡ ਬਿਲਕੁਲ ਇਹ ਜਿਹੜਾ ਹੈਗਾ ਪਾਸ ਕਰਕੇ ਆ ਜਾਂਦੇ ਨੇ। ਉਹ ਬਾਈ ਚਾਂਸ ਸਾਰੀ ਗੱਲਬਾਤ ਹੋਈ ਅਤੇ ਅਸੀਂ ਘਰ ਆਏ ਅਤੇ ਮੈਂ ਬੈਠਾ ਕੋਲ, ਅਤੇ ਮੈਂ ਬਿਲਾਸ ਵਿੱਚ ਹੀ ਜਿਵੇਂ ਬੰਦਾ ਪੁੱਛਦਾ ਹੈ, ਕਿਉਂਕਿ ਮੈਨੂੰ ਬੜਾ ਪਿਆਰ ਕਰਦੇ ਬੱਚਿਆਂ ਦੀ ਤਰ੍ਹਾਂ। ਅਤੇ ਮੈਂ ਕਿਹਾ ਅੰਕਲ ਜੀ ਵੀ ਆਹ ਗੱਲ ਹੋਈ ਸੀ, ਵੀ ਇਹਦਾ ਕਾਰਨ ਕੀ ਹੈ? ਤੁਸੀਂ ਤਾਂ ਕਹਿੰਦੇ ਮੈਨੂੰ ਤਾਂ ਚੀਜ਼ਾਂ ਹੀ ਭੁੱਲ ਜਾਂਦੀਆਂ ਨੇ, ਉਹ ਮੈਂ ਤਾਂ ਫਲਾਣੀ ਚੀਜ਼ ਉੱਥੇ ਯਾਦ ਰੱਖੀ, ਉੱਥੇ ਰੱਖੀ। ਉਹ ਕਹਿੰਦੇ ਨਹੀਂ, ਐਕਚੁਅਲ ਲੈਵਲ 'ਤੇ ਜਦੋਂ ਉਹਨਾਂ ਦੀ ਚਿੱਠੀ ਆ ਜਾਂਦੀ ਹੈ ਨਾ, ਕਹਿੰਦੇ ਉਸ ਤੋਂ ਬਾਅਦ ਮੈਂ ਅਲਰਟ ਹੋ ਜਾਂਦਾ ਪੂਰੀ ਤਰ੍ਹਾਂ। ਮੈਨੂੰ ਪੂਰਾ ਅਹਿਸਾਸ ਹੋ ਜਾਂਦਾ ਵੀ ਹੁਣ ਆਪਾਂ ਜਿਹੜਾ ਹੈਗਾ ਬਿਲਕੁਲ ਹੁਣ ਕੋਈ ਗਲਤੀ ਨਹੀਂ ਕਰਨੀ ਇਸ ਤਰੀਕੇ ਨਾਲ। ਅਤੇ ਕਹਿੰਦੇ ਅੱਜ ਦੀ ਗੱਲ ਨਹੀਂ, ਇਹ ਸ਼ੁਰੂ ਤੋਂ ਰਿਹਾ ਆ। ਜਦੋਂ ਕਿਤੇ ਇਮਤਿਹਾਨ ਦਾ, ਜਦੋਂ ਕਿਤੇ ਇਹੋ ਜਿਹਾ ਕੋਈ ਵਕਤ ਆ ਜਾਏ, ਕਹਿੰਦਾ ਉਦੋਂ ਬਿਲਕੁਲ ਥਾਟ ਅਲਾਈਨ ਹੋ ਜਾਂਦੇ ਨੇ। ਜੇ ਸਹੀ ਰੂਪ ਵਿੱਚ ਬਾਤ ਕਹੀ ਜਾਏ ਨਾ, ਤੇ ਪੰਜ ਸ਼ਬਦ ਇਕੱਲੇ ਇਹ ਨਹੀਂ ਹੁੰਦੇ ਕਿ ਬੰਦਾ ਇੱਕ ਖੁਸ਼ੀ ਦੇ ਤਰਾਨੇ ਨੂੰ ਅੰਦਰ ਗਾ ਰਿਹਾ ਹੈਗਾ ਆ। ਬੰਦਾ ਇੱਕ ਜੀਵਨ ਦੇ ਸਿਨੈਰੀਓ ਦੇ ਵਿੱਚ ਬਿਲਕੁਲ ਅਲਾਈਨ ਹੈਗਾ ਆ, ਖਿੰਡਿਆ ਨਹੀਂ ਗਾ ਉਹ। ਜਦੋਂ ਸਾਜ਼ ਵੱਜਦੇ ਨਾ, ਇੱਥੇ ਪੰਜ ਸ਼ਬਦ ਦਾ ਮਾਇਨਾ ਸਮਝੋ ਕੀ ਹੁੰਦਾ। ਤਬਲਾ ਆਪਣੇ ਤੌਰ 'ਤੇ ਵੱਜ ਰਿਹਾ, ਵਿਚਕਾਰ ਵਾਲਾ ਸੱਜਣ ਆਪਣੇ ਤੌਰ 'ਤੇ ਗਾ ਰਿਹਾ ਅਤੇ ਵਜਾ ਰਿਹਾ, ਤੀਜਾ ਆਪਣੇ ਤੌਰ 'ਤੇ ਵਜਾ ਰਿਹਾ। ਵਾਟ ਡੂ ਯੂ ਥਿੰਕ? ਆਰ ਵੀ ਗੋਇੰਗ ਟੂ ਇੰਜੋਏ that kind of actually ਸ਼ਬਦ ਔਰ ਮਿਊਜ਼ਿਕ? No way। ਕਿਉਂਕਿ ਉਹਦੇ 'ਚ ਕੋਈ ਸਾਨੂੰ ਕੋਈ ਸਮਤਲਤਾ ਦਿਸ ਹੀ ਨਹੀਂ ਰਹੀ, ਕੋਈ ਸਾਂਝ ਹੈ ਹੀ ਨਹੀਂ ਗੀ। ਜਦੋਂ ਅਸੀਂ ਅੰਦਰ ਦੀ ਬਾਤ ਕਰਦੇ ਹਾਂ ਨਾ, ਜਦੋਂ ਬੰਦੇ ਥਾਟ ਖਿੰਡਦੇ ਨੇ, ਮਿਸਟੇਕ ਕਦੋਂ ਹੁੰਦੀ ਹੈ, ਐਰਰਸ ਕਦੋਂ ਹੁੰਦੇ ਨੇ, ਅਸੀਂ ਸਿਚੁਏਸ਼ਨ ਨੂੰ ਪ੍ਰੋਪਰਲੀ ਕਦੋਂ ਨਹੀਂ ਸਹੀ ਤਰੀਕੇ ਨਾਲ ਸੰਭਾਲ ਪਾਉਂਦੇ? ਜਦੋਂ ਅੰਦਰ ਖਿੰਡ ਗਿਆ ਸਾਡਾ। ਬਾਹਰ ਤੇ ਆਪਣੇ ਆਪ ਖਿੰਡੇ ਨੂੰ ਸੰਭਾਲ ਨਹੀਂ ਪਾਵਾਂਗੇ। ਜਦੋਂ ਅੰਦਰ ਅਲਾਇਨ ਆ ਬਿਲਕੁਲ ਇਸ ਗਰੁੱਪ ਵਿੱਚ, ਪੰਜ ਸ਼ਬਦ ਇੱਕ ਤਰਾਨਾ ਬਿਲਕੁਲ ਸੰਗੀਤਬੱਧ ਹੋ ਗਿਆ, ਬਿਲਕੁਲ ਇੱਕ ਲੈਵਲ ਤੇ ਆ ਗਿਆ ਹੈਗਾ, ਫਿਰ ਜੈਸੀ ਮਰਜ਼ੀ ਸਿਚੁਏਸ਼ਨ ਹੈ, ਜੋ ਮਰਜ਼ੀ ਅਕਰ ਹੋ ਜਾਏ, ਬੰਦਾ ਅੰਦਰੋਂ ਕ੍ਰਿਸਟਲ ਕਲੀਅਰ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ, ਕੀ ਬੋਲਣਾ ਤੇ ਕੀ ਨਹੀਂ ਬੋਲਣਾ।
ਸਿੱਖੀ ਦੇ ਵਿੱਚ ਤੁਸੀਂ ਦੇਖੋ, ਬੰਦੇ ਨੂੰ ਡੁਲਾਣਾ, ਉਹਨੂੰ ਉਹਦਾ ਜ਼ਮੀਰ ਖਰੀਦ ਲਵੋ, ਉਹਨੂੰ ਭੈ ਦੇ ਦੇਵੋ, ਉਹਨੂੰ ਕੋਈ ਮੋਹ ਵਿੱਚ ਪਾ ਦਿਓ, ਇਹ ਸਭ ਇਸੇ ਸਾਰਿਆਂ ਦੇ ਨਾਲ ਹੀ ਪ੍ਰਿੰਸੀਪਲ ਤੋਂ ਬੰਦਾ ਡਾਊਨ ਜਾਂਦਾ। ਆਪਾਂ ਕੀ ਸਮਝਦੇ ਹਾਂ, ਜਿਹੜੀ ਸੈਂਕੜੇ ਸਾਲਾਂ ਦੀ, ਕਈ 100 ਸਾਲ ਦੀ, ਹੰਡਰਡਸ ਆਫ ਈਅਰਸ ਦਾ ਜਿਹੜੀ ਇੱਕ ਸਟੈਬਲਿਸ਼ਮੈਂਟ ਬਿਲਡ ਹੋਈ ਸੀ ਭਾਰਤੀ ਖਿੱਤੇ ਦੇ ਵਿੱਚ, ਜਿਹੜੀ ਟੋਟਲ ਮੁਗਲਿਆ ਅੰਪਾਇਰ ਦੇ ਨਾਲ ਅਲਾਈਨ ਕਰਕੇ ਤੇ ਸਭ ਚੀਜ਼ਾਂ ਨੁਕਸਾਨ ਕਰ ਰਹੀ ਸੀ ਮਨੁੱਖਤਾ ਦਾ, ਉਹਨੂੰ ਤੋੜਨਾ ਸਾਡੇ ਬਜ਼ੁਰਗਾਂ ਨੇ ਤੋੜਿਆ, ਗੁਰੂ ਸਾਹਿਬ ਨੇ, ਸਿੱਖਾਂ ਨੇ ਕਿਵੇਂ ਤੋੜਿਆ? ਜਦੋਂ ਉਹ ਆਪਣੇ ਅੰਦਰ ਬਿਲਕੁਲ ਕਲੀਅਰ ਸੀ ਕਰਨਾ ਕੀ ਹੈ। ਜਿੰਨੇ ਉਹ ਕਲੀਅਰ ਹੋ ਗਏ ਅੰਦਰੋਂ, ਬਾਹਰ ਦੀ ਚੀਜ਼ ਉਹਨਾਂ ਨੂੰ ਡਿਸਟਰੈਕਟ ਹੀ ਨਹੀਂ ਕਰ ਸਕੀ, ਡਿਸਟਰਬ ਹੀ ਨਹੀਂ ਕਰ ਸਕੀ। ਇੱਕ ਹਾਇਰ ਲੈਵਲ ਆ, ਇਹ ਸਾਡੇ ਵਾਸਤੇ ਐਗਜ਼ਾਮਪਲ ਆ। ਸਾਡੇ ਘਰਾਂ, ਥਾਵਾਂ, ਪਰਿਵਾਰਾਂ ਦੇ ਵਿੱਚ ਸਿਚੁਏਸ਼ਨਸ ਬਦਲਦੀਆਂ ਨੇ, ਸਾਡੇ ਕੰਮਾਂ ਕਾਰਾਂ 'ਤੇ ਸਾਡੀ ਸਿਹਤ 'ਚ ਬਦਲਦੀਆਂ ਨੇ, ਸਾਡੇ ਨਾਲ ਚੀਜ਼ਾਂ ਬਹੁਤ ਕੁਝ ਐਸਾ ਹੁੰਦਾ ਹੈ। ਪਰ ਬੰਦਾ ਉਦੋਂ ਘਬਰਾ ਜਾਏ, ਡਰ ਜਾਏ, ਬਸ। ਜਿੱਥੇ ਪੰਜ ਸ਼ਬਦ ਇੱਕ ਤਰਾਨਾ ਵੱਜ ਰਿਹਾ ਬਿਲਕੁਲ ਸਿੱਧਾ ਅਲਾਈਨ ਹੋ ਕੇ, ਉੱਥੇ ਕੋਈ ਨਹੀਂ, ਉੱਥੇ ਰੱਬ ਤੇ ਭਰੋਸਾ ਆ। ਜਿਹੜਾ ਕਰਮ ਕਰਨਾ ਹੈ ਵਿਵੇਕਸ਼ੀਲ, ਇਨਰ ਇਨਸਟਿੰਕਟ, ਜਿਹੜਾ ਵਾਈਜ਼ ਥਾਟ ਆ, ਬਿਲਕੁਲ ਅਲਾਈਨ ਆ। ਗੁਰੂ ਬਾਬਾ ਜੀ ਨੇ ਬਾਤ ਕੀਤੀ, ਉੱਥੇ ਅਨਹਦ ਸ਼ਬਦ ਵਜੈ ਦਿਨ ਰਾਤੀ, ਰਾਤ ਦਿਨ ਉਹ ਤਰਾਨੇ ਵੱਜ ਰਹੇ ਉਸ ਰੂਪ ਦੇ ਵਿੱਚ। ਤੇ ਇਹਦੇ 'ਚ ਬੰਦਗੀ, ਭਗਤੀ, ਜਿਹੜਾ ਰੂਹਾਨੀ ਰੰਗ ਆ, ਉਹ ਸਾਰਾ ਮੌਜੂਦ ਹੋਏਗਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਅਗਲਾ ਬਚਨ ਲਿਖਿਆ, ਗੁਰਮਤਿ ਸ਼ਬਦ ਸੁਣਾਵਣਿਆ। ਇਹ ਹੁਕਮ ਸਾਨੂੰ ਸਮਝ ਆ ਜਾਏ, ਗੁਰੂ ਕੀ ਮੱਤ ਦੇ ਜ਼ਰੀਏ ਆ ਸਕਦਾ ਹੈਗਾ। ਅੱਗੇ ਦੀ ਫਰਦਰ ਐਕਸਟੈਂਸ਼ਨ ਹੈਗੀ ਹੈ, ਬਿਨ ਸ਼ਬਦ ਹੈ ਅੰਤਰ ਆਨੇਰਾ। ਅੰਤਰ ਆਨੇਰਾ, ਜਿਵੇਂ ਸਪੋਜ਼ ਕਿਸੇ ਨੂੰ ਤੁਸੀਂ ਕੋਈ ਕੁਐਸਚਨ ਪੁੱਛਦੇ ਹੋ, ਤੁਹਾਨੂੰ ਪੁੱਛਦੇ ਹੋ ਕਿ ਵਟ ਵੁੱਡ ਬੀ ਯੂਰ ਆਨਸਰ, ਤੇ ਬੰਦਾ ਕਿ ਯੂ ਨੋ ਆਈ ਐਮ ਬਲੈਂਕ, ਆਈ ਈਵਨ ਕੈਨ ਨੋਟ ਥਿੰਕ ਅਬਾਊਟ ਇਟ। ਹਨੇਰਾ ਹੋ ਗਿਆ, ਹਨੇਰੇ 'ਚ ਕੁਛ ਨਹੀਂ ਦਿਸਦਾ ਹੈਗਾ, ਹਨੇਰੇ 'ਚੋਂ ਬੰਦੇ ਨੂੰ ਕੁਛ ਨਹੀਂ ਪਤਾ ਲੱਗਦਾ। ਅਗਿਆਨੀ ਬੰਦਾ, ਅਮੂੜ ਬੰਦਾ, ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਦੋ ਚੀਜ਼ਾਂ ਨੇ ਸਾਡੇ ਕੋਲ ਪੈਰਲਰ, ਜਿਵੇਂ ਸਾਡੀਆਂ ਦੋ ਅੱਖਾਂ ਨੇ, ਨਜ਼ਰ ਇੱਕ ਹੁੰਦੀ ਹੈ, ਯੂ ਨੋ ਵੀ ਹੈਵ ਟੂ ਆਈਜ਼, ਬਟ ਐਟ ਦ ਸੇਮ ਟਾਈਮ ਦ ਆਈ ਸਾਈਡ ਇਜ਼ ਵਨ। ਜਿਹੜੀ ਸਾਡੀ ਵਿਜ਼ਨ ਐਬਿਲਿਟੀ ਉਹ ਇੱਕ ਹੀ ਹੈ। ਸਾਡੇ ਕੋਲ ਗੁਰੂ ਸਾਹਿਬ ਦਾ ਇਤਿਹਾਸ ਹੈ, ਜੀਵਨ ਹੈ, ਸਾਡੇ ਕੋਲ ਗੁਰਬਾਣੀ ਹੈ, ਪਰ ਵਿੱਚ ਜਿਹੜੀ ਸਿੱਖਿਆ ਉਹ ਇੱਕ ਹੈ। ਜਿਹੜੀ ਸਿੱਖਿਆ ਇੱਕ ਆ। ਹੁਣ ਸਾਡੇ ਘਰਾਂ ਥਾਵਾਂ 'ਚ ਕੋਈ ਮਾਹੌਲ ਬਣਦਾ ਉਸ ਤਰੀਕੇ ਨਾਲ ਕਿ ਬੜੇ ਐਸੇ ਸੋਰਸ ਜਿਹੜੇ ਅੱਜ ਲੋਕ ਕਹਿੰਦੇ ਨੇ ਵੀ ਹਿਸਟਰੀ ਦੇ 'ਚ ਠੀਕ ਨਹੀਂ, ਇਹ ਠੀਕ ਨਹੀਂ। ਫਿਰ ਉਹਦਾ ਕਾਰਨ ਵੀ ਹੈਗਾ, 100 ਸਾਲ ਸਰਵਾਈਵਲ ਦੀ ਪ੍ਰੋਬਲਮ ਰਹੀ ਸਾਨੂੰ। ਅਸੀਂ ਤਾਂ ਪੰਜਾਬ ਵਿੱਚ ਰਹੇ ਹੀ ਨਹੀਂ, ਸਾਡੇ ਬਜ਼ੁਰਗ ਤੇ ਬਾਹਰ ਰਹੇ, ਜੰਗਲਾਂ 'ਚ ਰਹੇ। ਜੇ ਵਾਪਸ ਆਏ ਤੇ ਅਜੇ ਸ਼ਾਇਦ ਉਹ ਸਟੈਬਲਿਸ਼ ਹੋ ਪਾਉਂਦੇ। ਦੁਨੀਆ ਦਾ ਸਭ ਤੋਂ ਜ਼ਿਆਦਾ ਕਲੈਵਰ ਤੇ ਸਭ ਤੋਂ ਜ਼ਿਆਦਾ ਜਿਹੜਾ ਕਿਹਾ ਜਾਏ ਕਿ ਸਮਾਰਟ ਇਨ ਏ ਰੋਂਗ ਵੇ, ਅੰਗਰੇਜ਼, ਉਹ ਪਹੁੰਚ ਗਿਆ ਉੱਥੇ। ਉਸਨੇ ਸਾਰਾ ਕੁਝ ਚੱਕ ਲਿਆ। ਆਪਾਂ ਕੁਝ ਸੋਰਸਸ ਪੜ੍ਹੀਏ ਹਿਸਟਰੀ ਦੇ ਵਿੱਚ, ਜਿਸ ਦਿਨ ਅੰਗਰੇਜ਼ ਲਾਹੌਰ ਦਰਬਾਰ ਨੂੰ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨੂੰ, ਜਿਹੜਾ ਉਹਨਾਂ ਦੀ ਪ੍ਰੈਜ਼ੈਂਸ ਤੋਂ ਬਾਅਦ 10 ਸਾਲ ਬਾਅਦ ਮਹਾਰਾਜਾ ਦਲੀਪ ਸਿੰਘ ਦੇ ਉਸ ਬਚਪਨ ਦੇ ਵਿੱਚ, ਜਿਹੜੀ ਰਾਣੀ ਜਿੰਦਾਂ ਦੇ ਸਮੇਂ ਜਾ ਕੇ ਉਹਨੂੰ ਉਹ ਉਸ ਤਰੀਕੇ ਨਾਲ ਕੰਟਰੋਲ ਕਰਦੇ ਨੇ, ਉਹਨੂੰ ਉੱਤੇ ਕਬਜ਼ਾ ਕਰਦੇ ਨੇ। ਐਕਚੁਅਲੀ ਜਦੋਂ ਉਸ ਤਰੀਕੇ ਨਾਲ ਕਰਨ ਲੱਗਦੇ ਨੇ ਤੇ ਉਦੋਂ ਬਕਾਇਦਾ ਤੌਰ 'ਤੇ ਜਿਹੜਾ ਉਹਨਾਂ ਦਾ ਆਰਮੀ ਕਰਨਲ ਹੁੰਦਾ, ਉਹ ਆਪਣੇ ਜਿਹੜੇ ਬ੍ਰਿਟਿਸ਼ ਸੋਲਜਰਸ ਨੇ, ਗੋਰੇ ਨੇ, ਉਹਨਾਂ ਨੂੰ ਆਰਡਰ ਦਿੰਦਾ ਹੈ ਕਿ ਇੱਥੋਂ ਹੀਰਾ, ਸੋਨਾ, ਚਾਂਦੀ, ਜਵਾਹਰਾਤ ਜੋ ਵੀ ਹੈ, ਜੇ ਕੋਈ ਚੱਕ ਕੇ ਲਿਜਾਂਦਾ ਹੈ, ਕਿਉਂਕਿ ਡੋਗਰੇ ਚੱਕ ਕੇ ਲਿਜਾ ਰਹੇ ਸੀ, ਹੋਰ ਲਿਜਾ ਰਹੇ ਸੀਗੇ, ਲੈਟ ਦੈਮ ਗੋ, ਆਈ ਡੋਂਟ ਮਾਈਂਡ ਐਟ ਆਲ। ਪਰ ਕੋਈ ਵੀ ਐਸਾ ਦਸਤਾਵੇਜ਼, ਡਾਕੂਮੈਂਟ ਜਿਹੜਾ ਆ, ਉਹ ਨਾ ਕੋਈ ਲੈ ਕੇ ਜਾਏ। I need each and every single document, ਕਿਉਂਕਿ ਮੈਨੂੰ ਪਤਾ ਆ ਉਹਦੇ ਵਿੱਚ ਹੀ ਸਭ ਕੁਝ ਪਿਆ ਆ, ਉਹਦੇ ਅਕੋਰਡਿੰਗਲੀ ਹੀ ਅਸੀਂ ਸਾਰਾ ਕੁਝ ਕਰਨਾ ਆ। ਉਹਨੂੰ ਪੜ੍ਹ ਕੇ, ਉਹਨੂੰ ਸਮਝ ਕੇ ਹੀ ਅਸੀਂ ਇੱਥੇ ਰੂਲ ਕਰ ਪਾਵਾਂਗੇ, ਅਦਰਵਾਈਜ਼ ਅਸੀਂ ਰੂਲ ਨਹੀਂ ਕਰ ਪਾਵਾਂਗੇ। ਸੋ ਇੱਕ ਸਿੰਪਲ, ਨਹੀਂ ਤੇ ਜਨਮ ਸਾਖੀ ਤੁਹਾਡੀ ਹੋਏ ਤੇ ਉਹ ਵਿਲਾਇਤ ਵਾਲੀ ਜਨਮ ਸਾਖੀ ਕਿਵੇਂ ਬਣ ਗਈ, ਇੱਥੇ ਕਿਵੇਂ ਆ ਗਈ, ਇੱਥੋਂ ਕਿਵੇਂ, ਫਿਰ ਇਹਨਾਂ ਨੇ ਬੰਦੇ ਸਾਰੇ ਪੜ੍ਹਾਉਣ ਲਾਏ, ਉਹ ਤੁਸੀਂ ਭਾਵੇਂ ਜਿਹੜਾ ਹੈਗਾ ਆ ਉਸ ਤਰੀਕੇ ਨਾਲ ਵੱਖਰੇ ਵੱਖਰੇ ਕਨਿੰਗਮ ਨੂੰ ਲੈ ਲਓ, ਤੁਸੀਂ ਮੈਕਾਲਿਫ ਨੂੰ ਲੈ ਲਓ, ਤੁਹਾਨੂੰ ਪਤਾ ਲੱਗਿਆ ਵੀ ਕਿਵੇਂ ਬੰਦੇ ਪੜ੍ਹ ਰਹੇ ਨੇ ਸਾਰਾ ਕੁਝ। ਉਹ ਡਿਫਰੈਂਟ ਐਂਗਲ ਤੋਂ ਪ੍ਰੈਜ਼ੈਂਟ ਕਰ ਰਹੇ ਨੇ ਚੀਜ਼ਾਂ ਉਸ ਸਾਰੇ ਰੂਪ ਦੇ ਵਿੱਚ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਜਦੋਂ ਅਸੀਂ ਗੁਰੂ ਇਤਿਹਾਸ ਨੂੰ ਦੇਖਦੇ ਹਾਂ, ਪੜ੍ਹਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਅੱਛਾ, ਸਾਨੂੰ ਅੱਜ ਕੋਈ ਫੈਮਿਲੀ ਦੇ ਵਿੱਚ, ਸੋਸ਼ਲ ਸੈਟਿੰਗ ਦੇ ਵਿੱਚ ਕੋਈ ਇਸ਼ੂ ਆਇਆ ਹੈਗਾ, ਅਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਹੈ।
ਗੁਰੂ ਸਾਹਿਬ ਦੇ ਜੀਵਨ ਯਾਪਨ ਵਿੱਚ ਦੇਖੀਏ, ਤੁਹਾਨੂੰ ਆਲਮੋਸਟ ਸਿਮਿਲਰ ਮਾਹੌਲ ਮਿਲ ਜਾਣਗੇ ਇਸ ਕਿਸਮ ਦੇ। ਜਿਵੇਂ ਸਪੋਜ਼ ਮੈਂ ਸਿੰਪਲ ਬਾਤ ਕਰਦਾ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ, ਉਹਨਾਂ ਦੀ ਇੱਛਾ ਕੁਝ ਹੋਰ ਹੈ, ਗੁਰੂ ਨਾਨਕ ਸਾਹਿਬ ਦੀ ਇੱਛਾ ਕੁਝ ਹੋਰ ਹੈ। ਦੋ ਡਿਫਰੈਂਟ ਪਰਸਨੈਲਿਟੀਜ਼ ਨੇ। ਤੇ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਾਦਰ ਸਾਹਿਬ ਜਿਹੜੇ ਨੇ ਬਾਬਾ ਮਹਿਤਾ ਕਲਿਆਣ ਦਾਸ ਜੀ, ਮਹਿਤਾ ਕਾਲੂ ਜੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਉਹ ਕੋਈ ਆਮ ਸ਼ਖਸੀਅਤ ਹੈ। ਉਹ ਇੱਕ ਬਹੁਤ ਵਧੀਆ ਨੌਕਰੀ ਪੇਸ਼ਾ, ਇੱਕ ਪਟਵਾਰੀ ਦੇ ਰੁਤਬੇ ਦੇ ਵਿੱਚ, ਤੇ ਇੱਕ ਰਾਏ ਬੁਲਾਰ ਦੇ ਇੱਕ ਤਰ੍ਹਾਂ ਦਾ ਇੱਕ ਛੋਟੀ ਉਹਦੀ ਰਿਆਸਤ, ਤੇ ਉਹਦੀ ਰਿਆਸਤ ਦਾ ਇੱਕ ਵਜ਼ੀਰ ਵਰਗਾ ਰੁਤਬਾ ਉਹਨਾਂ ਦਾ। ਬੜੀ ਪੜ੍ਹੀ ਲਿਖੀ ਪਰਸਨੈਲਿਟੀ ਹੈ, ਬੜਾ ਉਸ ਰੂਪ ਦੇ ਵਿੱਚ ਆ। ਤੇ ਇਹ ਵੀ ਨਹੀਂ ਉਹਨਾਂ ਦੀ ਕੋਈ ਇੱਛਾ ਬਹੁਤ ਜਿਹੜੀ ਹੋਏ ਕਿ ਜਿਹਨੂੰ ਕਿਹਾ ਜਾਏ ਕਿ ਬਹੁਤ ਮਾੜੀ ਹੈ, ਬੜੀ ਗਲਤ ਆ, ਜਿਹੜੀ ਅਨਐਕਸੈਪਟੇਬਲ ਆ। ਉਹ ਤੇ ਚਾਹੁੰਦੇ ਨੇ ਬੱਚਾ ਪੜ੍ਹ ਲਿਖ ਕੇ ਸਰਕਾਰੀ ਨੌਕਰੀ ਲੱਗੇ, ਕੁਝ ਇਸ ਕਿਸਮ ਦੀ ਚੀਜ਼ 'ਚ ਲੱਗੇ। ਤੇ ਗੁਰੂ ਨਾਨਕ ਸਾਹਿਬ ਦੀ ਇੱਛਾ ਕੁਝ ਹੋ ਰਿਹਾ, ਮਾਨਵ ਕਲਿਆਣ ਦੀ, ਲੋਕ ਕਲਿਆਣ ਦੀ। ਤੇ ਇੱਥੇ ਕੀ ਹੈ, ਇੱਥੇ ਦੋ ਪਰਸਨੈਲਿਟੀਜ਼ ਐਵੇਂ ਆ ਰਹੀਆਂ ਨੇ, ਤੇ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਲੈਸ਼ਸ ਜਿਹਨੂੰ ਅਸੀਂ ਕਹਿ ਸਕਦੇ ਹਾਂ ਹੁੰਦੇ ਨੇ। ਬਾਬਾ ਨਾਨਕ ਜੀ ਉਹਨੂੰ ਕਿਵੇਂ ਹੈਂਡਲ ਕਰਦੇ ਨੇ। ਸਪੋਜ਼ ਅਸੀਂ ਗੁਰੂ ਨਾਨਕ ਸਾਹਿਬ ਨੂੰ ਦੇਖਦੇ ਹਾਂ, ਬੀਇੰਗ ਏ ਸਤਿਗੁਰੂ, ਤੁਸੀਂ ਵੇਖ ਹੀ ਰਹੇ ਹਾਂ। ਹੁਣ ਬੀਇੰਗ ਏ ਇੱਕ ਸਨ ਦੇ ਤੌਰ ਤੇ, ਇੱਕ ਕਿਡ ਦੇ ਤੌਰ ਤੇ, ਇੱਕ ਬੱਚੇ ਦੇ ਤੌਰ ਤੇ ਦੇਖੋ ਉਹਨਾਂ ਦਾ ਰੋਲ, ਕਿਆ ਕਮਾਲ ਦਾ ਰੋਲ ਅਦਾ ਕੀਤਾ ਉਹਨਾਂ ਨੇ। ਪਿਤਾ ਨੂੰ ਕਿਸੇ ਜਗ੍ਹਾ ਤੇ ਵੀ ਅਸੀਂ ਦੇਖਦੇ ਹਾਂ ਡਿਸਰਿਸਪੈਕਟ ਨਹੀਂ ਹੋ ਰਹੇ, ਉਹਦੇ ਬਹੁਤੀਆਂ ਇੱਛਾਵਾਂ ਜਿਹੜੀਆਂ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਓਵਰ ਰੂਲ ਵੀ ਨਹੀਂ ਕਰਦੇ। ਪਰ ਇਹ ਵੀ ਸੱਚਾਈ ਹੈ, ਆਪਣਾ ਰਾਹ, ਆਪਣਾ ਜਿਹੜਾ ਉਹਨਾਂ ਨੇ ਆਪਣੇ ਵਾਸਤੇ ਨਿਸ਼ਚਾ ਕੀਤਾ ਆ, ਉਸ ਨੂੰ ਵੀ ਨਾਲ ਨਾਲ ਫੀਡ ਕਰਦੇ ਨੇ, ਉਹਨੂੰ ਵੀ ਨਾਲ ਨਾਲ ਜਿਹੜਾ ਹੈਗਾ ਉਸ ਤਰੀਕੇ ਨਾਲ ਉਸ ਪਾਸੇ ਨੂੰ ਪ੍ਰੋਸੀਡ ਕਰੀ ਜਾਂਦੇ ਨੇ ਲਗਾਤਾਰ। ਫਿਰ ਇੱਕ ਲੈਵਲ ਆਉਂਦਾ ਜਦੋਂ ਪਿਤਾ ਜੀ ਨੂੰ ਦੱਸਦੇ ਨੇ ਕਿ ਪਿਤਾ ਜੀ ਦੇਖੋ, ਜੀਵਨ ਦੇ ਵਿੱਚ ਹਰ ਇੱਕ ਨੂੰ ਆਪੋ ਆਪਣੀ ਕੁਦਰਤ ਨੇ ਡਿਊਟੀ ਲਗਾਈ ਹੈ, ਮੇਰੀ ਡਿਊਟੀ ਇਸ ਰੂਪ ਦੇ ਵਿੱਚ। ਤੇ ਉਸ ਨੂੰ ਜਾ ਕੇ ਇੱਕ ਲੈਵਲ ਤੇ ਜਾ ਕੇ ਬਾਬਾ ਮਹਿਤਾ ਕਲਿਆਣ ਦਾਸ ਜੀ ਵੀ ਐਡਮਾਇਰ ਕਰਦੇ ਨੇ ਵੀ ਹਾਂ ਠੀਕ ਹੈ ਭਾਈ, ਇਹ ਵਾਕਿਆ ਅੱਛੀ ਇਹ ਚੀਜ਼ ਰੀਅਲੀ ਹੈ। ਸੋ ਸਾਨੂੰ ਇੱਕ ਜਾਚ ਸਿਖਾਈ ਗੁਰੂ ਸਾਹਿਬ ਨੇ। ਇਹ ਸਭ ਚੀਜ਼ਾਂ ਨੂੰ ਜਿਹੜਾ ਵਿਨਤੀ ਇੱਥੇ ਕਰ ਰਿਹਾ ਹੈਗਾ ਕਿ ਜੇ ਬੰਦਾ ਹਨੇਰੇ 'ਚ, ਅਗਿਆਨਤਾ 'ਚ ਰਹੇ, ਪਤਾ ਹੀ ਨਹੀਂ ਸਿਚੁਏਸ਼ਨ ਆ ਜਾਏਗੀ ਕਿਵੇਂ ਹੈਂਡਲ ਕਰਨਾ ਹੈ, ਕਿਹੋ ਜਿਹਾ, ਇਹ ਅੰਤਰ ਹਨੇਰਾ ਆ। ਵਕਤ ਆਉਣ ਤੋਂ ਪਹਿਲਾਂ ਬੰਦਾ ਆਪਣੇ ਆਪ ਨੂੰ ਸੰਭਾਲੇ, ਸਿਆਣਿਆਂ ਤੋਂ ਸਿੱਖਿਆ ਲਏ, ਗੁਰਬਾਣੀ ਪੜ੍ਹੇ, ਇਤਿਹਾਸ ਪੜ੍ਹੇ, ਸੁਸਾਇਟੀ ਵਿੱਚ ਵਿਚਰੇ। ਪਹਿਲਾਂ ਆਪਣੀ ਪ੍ਰੈਪਰੇਸ਼ਨ ਕਰੋ, ਪ੍ਰਪੇਅਰ ਕਰੋ। ਜਿਵੇਂ ਸਪੋਜ਼ ਕਰੋ ਨਾ, ਸਾਡੇ ਇੱਥੇ ਜਿਹੜਾ ਮੈਡੀਕਲ ਮਾਡਲ ਵੀ ਹੈਗਾ ਐਲੋਪੈਥੀ ਦਾ, ਹਾਲਾਂਕਿ ਬੜੇ ਲੋਕ ਉਹਦੇ ਨਾਲ ਸਹਿਮਤ ਨਾ ਵੀ ਹੋ ਸਕਦਾ, ਵੈਕਸੀਨ ਮਾਡਲ, ਹੋਰ ਚੀਜ਼ਾਂ। ਹੁਣ ਕਹਿੰਦੇ ਆ ਕਿ ਅੱਗੇ ਜਿਹੜਾ ਹੈਗਾ ਫਲੂ ਸੀਜ਼ਨ ਆਉਣਾ ਹੈਗਾ, ਇਨਫਲੂਐਂਜ਼ਾ ਸੀਜ਼ਨ ਆ ਰਿਹਾ ਹੈਗਾ। ਸੋ ਵੀ ਡੋਂਟ ਵਾਂਟ ਐਕਚੁਅਲੀ ਜਿਹੜੀ ਹੈਗੀ ਹੈ, ਅਸੀਂ ਡਬਲ ਪੈਂਡੈਮਿਕ ਨਹੀਂ ਚਾਹੁੰਦੇ। ਸੋ ਹੁਣੇ ਆਪਣਾ ਟਾਈਮ ਨਾਲ ਆਪਣੇ ਜਿਹੜੇ ਹੈਗੇ ਨੇ ਫਲੂ ਸ਼ਾਟਸ ਵਗੈਰਾ ਲੈ ਲਓ, ਐਵੇਂ ਦੀਆਂ ਗੱਲਾਂ ਤੁਸੀਂ ਸੁਣ ਰਹੇ ਹੋ ਆਲੇ ਦੁਆਲੇ। ਇਹਦਾ ਮਤਲਬ ਇਨ ਟਾਈਮ ਪ੍ਰੈਪਰੇਸ਼ਨ ਕਰੋ। ਜੇ ਸਿਚੁਏਸ਼ਨ ਅਕਰਡ ਹੋਏ ਇਸ ਤਰੀਕੇ ਦੇ ਨਾਲ, ਤੁਸੀਂ ਉਹਨੂੰ ਉਹਦੇ ਨਾਲ ਖੜ ਸਕੋ, ਮੁਕਾਬਲਾ ਕਰ ਸਕੋ। ਜੇ ਬੰਦਾ ਉਹਨੂੰ ਕੱਢ ਦੇਗਾ ਤੇ ਫਿਰ ਨਹੀਂ ਕਰ ਸਕੇਗਾ। ਐਗਜ਼ੈਕਟਲੀ ਇਨ ਬਿਨ ਹਰ ਥਾਂ ਤੇ ਹੈਗਾ। ਹਨੇਰਾ ਰਾਤ ਪੈਣ ਤੋਂ ਪਹਿਲਾਂ ਦਿਨ ਦੀ ਰੌਸ਼ਨੀ ਦੇ ਵਿੱਚ ਲੋਕੀ ਦੀਵੇ 'ਚ ਤੇਲ ਪਾ ਕੇ ਰੱਖਦੇ, ਬੱਤੀ ਪਾਉਂਦੇ, ਆਪਣਾ ਉਹਨੂੰ ਜਗਾਉਣ ਦਾ ਇੰਤਜ਼ਾਮ ਕਰਦੇ। ਇੱਧਰੋਂ ਰਾਤ ਦਾ ਹਨੇਰਾ ਪਸਰ ਜਾਏ ਤੇ ਉਧਰੋਂ ਬੰਦਾ ਅਜੇ ਦੀਵਾ ਲੱਭਦਾ ਫਿਰੇ, ਮੈਚ ਲੱਭਦਾ ਫਿਰੇ, ਫਿਰ ਕੀ ਹੋਏਗਾ? ਡੈਫੀਨੇਟਲੀ ਹਨੇਰੇ 'ਚ ਉਹ ਸ਼ਾਇਦ ਪੋਸੀਬਲ ਨਾ ਹੋਏਗਾ। ਸਾਡੀ ਬਹੁਤਿਆਂ ਦੀ ਹਾਲਤ ਐਵੇਂ ਹੁੰਦੀ ਹੈ, ਸਮਾਂ ਰਹਿੰਦਿਆਂ ਨਾ ਅਸੀਂ ਆਪਣੇ ਆਪ ਨੂੰ ਸੰਭਾਲਦੇ ਹਾਂ। ਮੈਂ ਤੇ ਹੁਣ ਇਹ ਸਪਿਰਿਚੁਅਲ, ਤੁਸੀਂ ਫੂਡ ਵਾਸਤੇ ਬੈਠੇ ਹੋ ਦੇਰ ਸ਼ਾਮ ਗੁਰਦੁਆਰੇ ਦੇ ਹਦੂਦ ਵਿੱਚ, ਵਡਭਾਗਤਾ ਹੈ। ਅਦਰਵਾਈਜ਼ ਕਿੱਥੇ ਬੰਦੇ ਨੂੰ ਇਹ ਚੀਜ਼ਾਂ ਸੁੱਝਦੀਆਂ ਨੇ। ਅਸੀਂ ਦੇਖਿਆ ਆ, ਮੈਂਟਲ ਹੈਲਥ ਦੀ ਗੱਲ ਬੜੀ ਕਰਦੇ ਆ, ਤੇ ਮੈਂਟਲ ਹੈਲਥ ਕਿਉਂ ਨਹੀਂ ਖਰਾਬ ਹੋਏਗੀ? ਜਿਸ ਦੁਨੀਆ 'ਚ ਅਸੀਂ ਜੀ ਰਹੇ ਹਾਂ ਅੱਜ, ਇਤਨਾ ਮਤਲਬ ਇਤਨਾ ਕੰਪੈਟੀਟਿਵ ਵਰਲਡ ਹੈ, ਇਤਨਾ ਕੰਪੀਟੀਸ਼ਨ ਹੈ, ਇਤਨੀ ਜ਼ਿਆਦਾ ਈਰਖਾ ਦੁਆਖ ਆ, ਸਾੜਾ ਆ। ਅਸੀਂ ਹਰ ਚੀਜ਼ ਨੂੰ ਕੰਪੇਅਰ ਕਰ ਰਹੇ ਹਾਂ। ਬੰਦਾ ਮਤਲਬ ਹਰ ਲੈਵਲ ਤੇ ਆਪਣੇ ਬੱਚੇ ਨੂੰ ਕੰਪੇਅਰ ਕਰ ਰਿਹਾ, ਆਪਣੇ ਆਪ ਨੂੰ ਕੰਪੇਅਰ ਕਰ ਰਿਹਾ, ਘਰਾਂ ਨੂੰ, ਵਸਤਾਂ ਨੂੰ। ਤੁਸੀਂ ਨਾ ਵੀ ਕਰੋ, ਆਲੇ ਦੁਆਲੇ ਲੋਕੀ ਫੀਡ ਕਰ ਰਹੇ ਨੇ। ਕਿੱਥੇ ਜਾਵਾਂਗੇ? ਕਿਤੇ ਨਾ ਕਿਤੇ ਤੇ ਇਨਫੀਰੀਅਰਿਟੀ ਆਵੇਗੀ, ਕਿਤੇ ਨਾ ਕਿਤੇ ਤੇ ਈਰਖਾ, ਜੈਲਸ ਆਵੇਗੀ,
ਕਿਤੇ ਨਾ ਕਿਤੇ ਤੇ ਹੀਨ ਭਾਵਨਾ ਆਵੇਗੀ, ਕਿਤੇ ਨਾ ਕਿਤੇ ਤੇ ਡਰ ਆਵੇਗਾ। ਜੇ ਉਹ ਡਰ ਸਾਡੇ ਉੱਤੇ ਓਵਰਲੈਪ ਕਰ ਗਿਆ, ਕੀ ਹੋਏਗਾ? ਮੈਂਟਲ ਹੈਲਥ ਖਰਾਬ ਹੋ ਜਾਏਗੀ, ਬੰਦੇ ਨੂੰ ਨੀਂਦ ਨਹੀਂ ਆਏਗੀ, ਬੰਦੇ ਨੂੰ ਬਿਨਾਂ ਵਜ੍ਹਾ ਪੈਨਿਕ ਅਟੈਕ ਆਉਣਗੇ। ਇਹੀ ਸਭ ਕੁਝ ਆ। ਇਹ ਸਾਰੇ ਤੋਂ ਬਚਾਅ ਦਾ ਤਰੀਕਾ ਕੀ ਹੈ? ਗੁਰੂ ਸਾਹਿਬ ਨੇ ਕਿਹਾ ਸੀਗਾ, ਦੇਖੋ ਤੁਸੀਂ ਜੰਗ ਹੋ ਰਿਹਾ, ਘੇਰੇ ਪੈ ਰਹੇ, 7 ਮਹੀਨੇ ਘੇਰੇ ਪਏ ਨੇ ਬਾਹਰ। ਮੈਂ ਫਿਰ ਕਿਹਾ ਗੁਰੂ ਇਤਿਹਾਸ ਤੁਹਾਡੇ ਵਾਸਤੇ ਸੋਰਸ ਆ। 7 ਮਹੀਨੇ ਉਹਨੇ ਘੇਰੇ ਪਏ ਨੇ ਬਾਹਰ, ਤੇ ਗੁਰੂ ਸਾਹਿਬ ਅੰਦਰ ਸ਼ਬਦ ਕੀਰਤਨ ਹੋ ਰਿਹਾ ਹੈ, ਹਰ ਤਰ੍ਹਾਂ ਦੀ ਉੱਥੇ ਕਵਿਤਾਵਾਂ ਸੁਣੀਆਂ ਜਾ ਰਹੀਆਂ ਨੇ, ਕਲਾ ਰਚੀ ਜਾ ਰਹੀ ਹੈ। ਕਿਆ ਕਮਾਲ ਹੈ। ਸਾਡੇ ਇੱਥੇ ਹਾਲਤ ਇਹ ਹੁੰਦੀ ਕਿ ਮਾੜਾ ਜਿਹਾ ਕੋਈ ਸੱਜੇ ਖੱਬੇ ਹੋ ਜੇ ਤੇ ਬੰਦਾ ਕਹਿੰਦਾ ਮੈਂ ਤੇ ਰੋਟੀ ਨਹੀਂ ਖਾ ਸਕਦਾ 2 ਦਿਨ ਭਾਈ। ਹੱਦ ਹੋ ਗਈ। ਇਹ ਫਿਰ ਜੀਵਨ ਕਿਵੇਂ ਚੱਲੇਗਾ? ਇਹਦਾ ਮਤਲਬ ਇਹ ਹੈ ਕਿ ਬੰਦਾ ਬਲੈਂਕ ਹੋ ਗਿਆ, ਉਹਨੂੰ ਪਤਾ ਨਹੀਂ ਹਾਊ ਟੂ ਰਿਸਪੌਂਡ, ਹਾਊ ਟੂ ਐਕਚੁਅਲੀ ਟੈਕਲ, ਹਾਊ ਟੂ ਹੈਂਡਲ, ਹਾਊ ਟੂ what to do in this kind of situation। ਇਸ ਕਰ ਗੁਰੂ ਸਾਹਿਬ ਨੇ ਕਿਹਾ ਬਿਨ ਸ਼ਬਦ ਹੈ ਅੰਤਰ ਆਨੇਰਾ, ਕਿਉਂਕਿ ਤੂੰ ਸ਼ਬਦ ਨਹੀਂ ਪੜਿਆ, ਤੂੰ ਸੰਦੇਸ਼। ਇਹਨਾਂ ਮੁਲਕਾਂ 'ਚ ਆਇਆ ਨਾ, ਮੈਂ ਬੇਨਤੀ ਕਰਾਂਗਾ ਸਾਨੂੰ ਇੱਥੇ ਆਪਣੇ ਆਪ ਨੂੰ ਹਰ ਪਲ ਐਜੂਕੇਟ ਕਰਨਾ ਚਾਹੀਦਾ ਆ। ਜਿਵੇਂ ਮੈਂ ਬਹੁਤ ਸਾਰੇ ਬੱਚਿਆਂ ਨੂੰ ਦੇਖਿਆ ਹੈ, ਬੱਚੇ ਮੋਸਟਲੀ ਪੇਰੈਂਟਸ ਨੂੰ ਕਹਿੰਦੇ ਨੇ ਯੂ ਡੋਂਟ ਨੋ ਐਨੀਥਿੰਗ, ਪੇਰੈਂਟਸ ਨੂੰ। ਤੇ ਉਹ ਕਈ ਪੇਰੈਂਟਸ ਕਹਿਣਗੇ ਦੇਖਿਆ ਇਹ ਸਾਨੂੰ ਐਵੇਂ ਕਹਿ ਰਿਹਾ ਹੈਗਾ, ਭਈ ਗੱਲ ਵੀ ਠੀਕ ਹੈ, ਡੈਮੋਸਟ੍ਰੇਸ਼ਨ ਕਰਨਾ ਪੈਂਦਾ। ਉਹਨੂੰ ਪਤਾ ਹੋਏ ਮੇਰੇ ਪੇਰੈਂਟਸ ਵੀ ਆਪਣੀ ਜਿਹੜੀ ਹੈਗੀ ਹੈ ਲਿਟਰੇਸੀ ਸਾਈਡ ਤੋਂ ਆਪਣਾ ਕੰਮ ਕਰ ਰਹੇ ਨੇ, ਉਹ ਸੈਮੀਨਾਰ ਅਟੈਂਡ ਕਰਦੇ ਨੇ, ਉਹ ਕੋਰਸਿਸ ਕਰਦੇ ਨੇ, ਉਹਨਾਂ ਦੀ ਸੰਗਤ ਐਵੇਂ ਦੀ ਹੈ, ਉਹ ਕਿਤਾਬਾਂ ਪੜ੍ਹਦੇ ਨੇ, ਉਹ ਉਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਦੇ ਆਰ ਅਵੇ ਮੋਰ ਅਵੇਅਰ ਕੰਪੇਅਰ ਟੂ ਅਸ। ਇੱਥੋਂ ਦੇ ਹੇਅਰ ਐਂਡ ਨਾਓ ਦੀ ਸਿਚੁਏਸ਼ਨ ਤੇ ਗੱਲ ਕਰੋ, ਬਲਕਿ ਉਹਨਾਂ ਨੂੰ ਅੰਗੇਜ ਕਰੋ, ਉਹਨਾਂ ਨੂੰ ਪੁੱਛੋ ਇੱਥੇ ਕੀ ਚੱਲ ਰਿਹਾ, ਆਲੇ ਦੁਆਲੇ ਸੋਸਾਇਟੀ 'ਚ ਕੀ ਹੋ ਰਿਹਾ ਹੈਗਾ, ਸਾਡੇ ਇੱਥੇ ਆਲੇ ਦੁਆਲੇ ਕੀ ਹੋ ਰਿਹਾ। ਇਹ ਹੈ ਦੁਨੀਆ ਸਾਰੀ। ਇਹ ਸਾਰੇ 'ਚ ਫਿਰ ਸਾਡਾ ਰੋਲ ਕੀ ਹੈ? ਇੱਥੋਂ ਫਿਰ ਉਹਨਾਂ ਰੋਲ ਦੀ ਪਹਿਚਾਣ ਆਵੇਗੀ। ਇਹ ਚੀਜ਼ਾਂ ਨੇ ਸਾਰੀਆਂ। ਗੁਰੂ ਬਾਬਾ ਜੀ ਕਹਿੰਦੇ ਜਦੋਂ ਸ਼ਬਦ ਨੂੰ ਪਕੜਨਾ ਨਹੀਂ, ਤੇ ਸ਼ਬਦ ਹੈ ਸਿੱਖੀ ਇਹੀ ਸਿਖਾਉਂਦੀ। ਸਿੱਖੀ ਗੁਫਾ 'ਚ ਵੜਨਾ ਨਹੀਂ ਸਿਖਾਉਂਦੀ, ਅੰਦਰ ਵੜ ਗਏ, ਅੰਦਰਲੇ ਜਿਹੜਾ ਹੈਗਾ ਕਮਰੇ 'ਚ ਬੈਠ ਕੇ ਆਪਣਾ ਪਾਠ ਕਰੀ ਗਏ, ਕੀਰਤਨ ਕਰੀ ਗਏ। ਨਾ, ਸਿੱਖੀ ਦਾ ਮਤਲਬ ਹੈ ਦੁਨੀਆ ਬਾਹਰ ਵਿਚਰਨਾ। ਸਾਡਾ ਤਾਂ ਗੁਰਦੁਆਰਾ ਆਪਣੇ ਆਪ ਦੇਖੋ ਨਾ, COVID-19 ਚੱਲ ਰਿਹਾ, ਲੋਕ ਕਹਿੰਦੇ ਅੱਛਾ COVID-19 ਓਕੇ, ਚਲੋ ਡੋਰ ਬੰਦ ਕਰੋ, ਘਰਾਂ ਨੂੰ ਜਾਓ। ਇੱਥੇ ਲੰਗਰ ਚੱਲ ਰਹੇ, ਲਗਾਤਾਰ ਚੱਲ ਰਹੇ, ਸੇਵਾ ਚੱਲ ਰਹੀ, ਕੀਰਤਨ ਹੋ ਰਿਹਾ, ਸਭ ਚੀਜ਼ਾਂ ਦੇ ਵਿੱਚ ਕੰਟੀਨਿਊਸਲੀ। ਇਹ ਕੀ ਹੈ ਭਾਈ? ਭੱਜ ਕੇ ਕਿੱਥੇ ਜਾਵਾਂਗੇ, ਦੁਨੀਆ 'ਚ ਰਹਿਣਾ ਆ। ਹਾਂ, ਮੈਜਰਮੈਂਟਸ ਲਓ ਆਪਣੇ ਜਿਹੜੇ ਹੈਗੇ ਨੇ, ਜਿਹੜੇ ਬਹੁਤ ਜ਼ਰੂਰੀ ਆਪਣੇ ਸਟੈਪਸ ਹੈਗੇ ਨੇ, ਵੀ ਹੈਵ ਟੂ ਫੋਲੋ ਦੋਜ਼ ਸਟੈਪਸ, ਐਂਡ ਐਟ ਦ ਸੇਮ ਟਾਈਮ ਜਿਹੜਾ ਆਪਣਾ ਰੋਲ ਹੈ ਉਹਨੂੰ ਉਸ ਲੈਵਲ ਤੇ। ਪਰ ਸਾਹਿਬ ਕਹਿੰਦੇ ਇਹ ਹੈ ਜੇ ਬੰਦੇ 'ਚ ਗਿਆਨ ਹੈ ਤੇ, ਅਦਰਵਾਈਜ਼ ਬਿਨ ਸ਼ਬਦ ਹੈ ਅੰਤਰ ਆਨੇਰਾ। ਨਾ ਵਸਤਲ ਹੈ ਨਾ ਚੂਕਾ ਫੇਰਾ, ਨਾ ਵਸਤਲ ਹੈ ਨਾ ਤੇ ਕੁਝ ਪ੍ਰਾਪਤ ਹੋਇਆ, ਨਾ ਚੂਕਾ ਫੇਰਾ। ਮੋਹ 'ਚ ਫਸਿਆ ਹੋਇਆ ਬੰਦਾ ਆਪਣਾ ਜੀਵਨ ਖਰਾਬ ਹੁੰਦਾ ਵੇਖਦਾ, ਆਪਣੇ ਭੈਣ ਭਰਾਵਾਂ ਦਾ ਖਰਾਬ ਹੁੰਦਾ ਵੇਖਦਾ, ਬੱਚਿਆਂ ਦਾ ਖਰਾਬ ਹੁੰਦਾ ਵੇਖਦਾ, ਆਲੇ ਦੁਆਲੇ ਦਾ। ਅੰਦਰ ਕਈ ਰਾਵਾਂ ਆਉਂਦੀਆਂ ਨੇ, ਖਿਆਲ ਹੁੰਦਾ ਹੈ ਨਾ ਜੇ ਕਿਤੇ ਬੱਚਾ ਆਹ ਕੰਮ ਕਰਦਾ ਤੇ ਕਿੱਡਾ ਵਧੀਆ ਹੁੰਦਾ, ਜੇ ਕਿਤੇ ਮੈਂ ਐਵੇਂ ਦਾ ਕੈਰੀਅਰ ਬਣਾ ਲੈਂਦਾ ਕਿੱਡਾ ਵਧੀਆ ਹੁੰਦਾ। ਠੀਕ ਹੈ, ਅੰਦਰ ਇੱਛਾ ਪੈਦਾ ਹੋ ਰਹੀ ਹੈ, ਕੁਦਰਤ ਸੁਣ ਰਹੀ ਹੈ ਸਾਰੇ ਦੀ ਸਾਰੀ। ਹੋਏਗਾ ਕੀ? ਕਿਉਂਕਿ ਜਿਹੜੀ ਚੀਜ਼ ਪ੍ਰੋਪਰ ਹੁਣ ਨਹੀਂ ਹੋਈ, ਅੱਗੇ ਹੋਏਗੀ ਜਾ ਕੇ। ਚੱਲ ਸਾਈਕਲ ਚੱਲੇਗਾ ਦੁਬਾਰਾ, ਐਵੇਂ ਚੱਲਦਾ ਆ। ਲੋਕੀ ਲਿਟਰਲੀ ਤੌਰ ਤੇ ਕਹਿੰਦੇ ਨੇ ਮੈਂ ਕੀ ਖੱਟਿਆ ਆ ਕੇ, ਮੈਂ ਤਾਂ ਬੱਚੇ ਨੂੰ ਇਸ ਪਾਸੇ ਲਾਤਾ, ਮੈਂ ਚਾਹੁੰਦਾ ਸੀ ਇਸ ਪਾਸੇ ਲਾਉਂਦਾ, ਭਾਈ ਹੁਣ ਨਹੀਂ ਲਾ ਸਕਿਆ, ਅੱਗੇ ਚੱਲੇਗਾ, ਸਾਈਕਲ ਚੱਲੇਗਾ। ਇੱਥੇ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ, ਪਿੱਛੋਂ ਤੁਰਿਆ ਹੁੰਦਾ, ਅੱਗੇ ਚੱਲੀ ਜਾਏਗਾ। ਇਹ ਸਾਈਕਲ ਐਵੇਂ ਚੱਲੀ ਜਾਣਾ ਇਸ ਰੂਪ ਵਿੱਚ। ਮਹਾਰਾਜ ਜ਼ਿਕਰ ਕਰਦੇ ਨਾ ਵਸਤ ਲਹੈ ਨਾ ਚੁੱਕਿਆ ਫੇਰਾ, ਸਤਿਗੁਰ ਹੱਥ ਕੂੰਜੀ ਹੋਰ ਦਰ ਖੁੱਲ੍ਹੈ ਨਾ। ਜੇ ਬੰਦਾ ਕਹਿੰਦਾ ਇਹ ਸਾਰੀ ਪਹੇਲੀ ਸੋਲਵ ਹੋ ਜਾਏ, ਆਪਣਾ ਇਹ ਜੰਦਰਾ ਖੁੱਲ੍ਹ ਜੇ ਤੇ ਮੁਕਤੀ ਮਿਲ ਜੇ, ਅਸੀਂ ਲਿਬਰੇਟ ਕਰ ਲਈਏ ਸਫਰਿੰਗ ਤੋਂ ਆਪਣੇ ਆਪ ਨੂੰ, ਅਸੀਂ ਲਿਬਰੇਟ ਕਰ ਲਈਏ ਇਸ ਰਿਕਾਰਨੇਸ਼ਨ ਦੇ ਕੌਨਸੈਪਟ ਤੋਂ ਜਿਹਨੂੰ ਸੈਲਵੇਸ਼ਨ ਕਹਿੰਦੇ ਹਾਂ ਅਸੀਂ। ਮਹਾਰਾਜ ਕਹਿੰਦੇ ਸਤਿਗੁਰ ਹੱਥ ਕੂੰਜੀ ਹੋਰ ਦਰ ਖੁੱਲ੍ਹੈ ਨਾ ਹੀ। ਇਹ ਕੁੰਜੀ ਸਤਿਗੁਰੂ ਕੋਲ ਹੈ, ਉਹੀ ਖੋਲ੍ਹੇਗਾ ਤੁਹਾਨੂੰ। ਸਤਿਗੁਰੂ ਰੂਪ ਉਹ ਜਿਹੜਾ ਇੰਸਟੀਟਿਊਸ਼ਨ ਆ ਉਹਦੇ ਨਾਲ ਆਪਣੇ ਆਪ ਨੂੰ ਜੋੜਨਾ ਪਏਗਾ। ਸਤਿਗੁਰ ਹੱਥ ਕੁੰਜੀ ਹੋਰ ਦਰ ਖੁੱਲ੍ਹੈ ਨਾਹੀਂ, ਗੁਰ ਪੂਰਾ ਭਾਗ ਮਿਲਾਵਣ ਆ। ਤੇ ਇਹ ਵੀ ਪੂਰਾ ਭਾਗ ਅਸੀਂ ਕਿਸਮਤ ਨੂੰ ਕਹਿੰਦੇ ਹਾਂ ਸਿੰਪਲ ਲੈਵਲ ਤੇ, ਪਰ ਭਾਗ ਦਾ ਮਾਇਨਾ ਵੀ ਜਾਣੋ।
ਦੇਖੋ ਕੁਝ ਤੇ ਹੈ, ਕੁਦਰਤ ਨੇ ਮਨੁੱਖਾ ਜੀਵਨ ਦਿੱਤਾ ਆ। ਜੇ ਅਸੀਂ ਬੀਇੰਗ ਏ ਸਿੱਖ ਬਲੀਵਰ ਹੈਗੇ ਆ ਤੇ ਸਾਡੇ ਕੋਲ ਸਿੱਖੀ ਵਿਰਸੇ 'ਚ ਹੈਗੀ ਏ, ਬਾਣੀ ਹੈਗੀ ਏ, ਘਰਾਂ ਥਾਵਾਂ 'ਚ ਗੁਟਕੇ ਹੈਗੇ ਨੇ, ਜੇ ਨਹੀਂ ਤੇ ਇੰਟਰਨੈਟ 'ਤੇ ਸਭ ਕੁਝ ਅਵੇਲੇਬਲ ਹੈ। ਭਈ ਹੁਣ ਕੀ ਹੈ, ਕਿਸਮਤ ਤੇ ਆਵਾਜ਼ ਮਾਰ ਰਹੀ ਹੈ। ਹੁਣ ਤੁਸੀਂ ਆਪਣਾ ਭਾਗ, ਆਪਣੀ ਹਿੱਸੇਦਾਰੀ ਪਾਉਣੀ ਆ। ਜਿਵੇਂ ਆਪਣੀ ਹਿੱਸੇਦਾਰੀ ਨਹੀਂ ਪਾ ਰਿਹਾ, ਸਪੋਜ਼ ਕਰੋ ਨਾ ਕੋਈ ਬਿਜ਼ਨਸ ਓਪਨ ਹੋਣ ਲੱਗਾ ਤੇ ਬਿਜ਼ਨਸ ਵਿੱਚ ਕਹਿੰਦੇ ਵੀ ਬਿਜ਼ਨਸ ਨੇ ਬੜਾ ਅੱਗੇ ਵਧਣਾ ਸਾਰਾ ਕੁਝ, ਤੇ ਤੁਹਾਨੂੰ ਕੋਈ ਮੌਕਾ ਦਿੰਦਾ ਵੀ ਭਾਈ ਤੂੰ ਵੀ ਆਪਣਾ ਕੋਈ ਹਿੱਸਾ ਪਾ ਇਹਦੇ ਵਿੱਚ। ਤੁਸੀਂ ਕਹਿੰਦੇ ਹੋ ਵੀ ਭਾਈ ਮੇਰੇ ਕੋਲ ਤੇ ਹੁਣ ਹੈ ਨਹੀਂਗਾ ਕੁਝ ਪਾਉਣ ਵਾਸਤੇ। ਉਹ ਕਹਿੰਦਾ ਕੋਈ ਗੱਲ ਨਹੀਂ, ਤੁਸੀਂ ਇੱਕ ਕੰਮ ਕਰੋ, ਤੁਸੀਂ ਸਾਡੇ ਨਾਲ ਵੈਸੇ ਹੀ ਸ਼ੇਅਰ ਹੋਲਡਰ ਬਣ ਜਾਓ। ਜੇ ਤੁਸੀਂ ਕੋਈ ਫਾਈਨੈਂਸ਼ੀਅਲ ਸੋਰਸ ਨਹੀਂ ਦੇ ਸਕਦੇ, ਕੋਈ ਹਿਊਮਨ ਐਫਰਟ ਦੇ ਦਿਓ, ਐਜ਼ ਏ ਹਿਊਮਨ ਰਿਸੋਰਸ ਸਾਡੇ ਕੋਲ ਆ ਜਾਓ। ਪਰ ਭਾਗ ਤੇ ਜੇ ਬੰਦਾ ਕਹਿੰਦੇ ਨਹੀਂ ਮੈਂ ਇਹਨਾਂ 'ਚ ਕਿਸੇ 'ਚ ਭਾਈ ਤੂੰ ਜੇ ਪਾਰਟੀਸਪੇਟ ਨਹੀਂ ਕਰੇਗਾ, ਜੇ ਕੱਲ੍ਹ ਨੂੰ ਉਹ ਚੀਜ਼ ਅੱਗੇ ਵੱਧਦੀ ਹੈ ਭਾਈ ਤੈਨੂੰ ਉਹ 'ਚ ਕੋਈ ਹਿੱਸਾ ਨਹੀਂ ਮਿਲੇਗਾ। ਫਿਰ ਇਹ ਸੰਸਾਰ ਆ, ਇਹਦੇ ਵਿੱਚ ਇਸ ਪਾਸੇ ਜੇ ਕੰਟਰੀਬਿਊਟ ਅਸੀਂ ਕਰਨ ਲਈ ਤਿਆਰ ਨਹੀਂ ਹੋਵਾਂਗੇ, ਮਦਰ ਨੇਚਰ ਸਾਨੂੰ ਬਲੈਸ ਕਰਨ ਵਾਸਤੇ ਤਿਆਰ ਨਹੀਂ ਹੋਏਗੀ। ਗੁਰੂ ਬਾਬਾ ਜੀ ਨੇ ਕਿਹਾ ਗੁਰੂ ਇੱਕ ਤਾਲਾ ਖੋਲ ਦੇਗਾ, ਉਹਦੇ ਹੱਥ ਕੁੰਜੀ ਹੈ, ਗੁਰੂ ਪੂਰਾ ਭਾਗ ਮਿਲਾਵਣਿਆ, ਪਰ ਇਹ ਪੂਰੇ ਭਾਗ ਆਪਣੀ ਹਿੱਸੇਦਾਰੀ ਨਾਲ ਹੀ ਬਾਤ ਬਣੇਗੀ। ਅੰਤਲੀਆਂ ਲਾਈਨਾਂ ਲੈ ਲਈ, ਗੁਪਤ ਪ੍ਰਗਟ ਤੂੰ ਸਭ ਨਹੀਂ ਥਾਈ। ਬਾਕੀ ਬੰਦਾ ਕਿ ਰੱਬ ਲੱਭੇਗਾ ਨਹੀਂ ਲੱਭੇਗਾ, ਕਦੋਂ ਲੱਭੇਗਾ ਕਦੋਂ ਮਿਲੇਗਾ, ਸਾਹਿਬ ਕਹਿੰਦੇ ਸਭ ਜਗ੍ਹਾ ਤੇ ਹੋ, ਗੁਪਤ ਵੀ ਹੈ ਪ੍ਰਗਟ ਵੀ ਹੈ, ਉਹ ਵਿਦਿਨ ਵੀ ਹੈ ਐਂਡ ਵਿਦਾਊਟ ਵੀ ਹੈ, ਉਹ ਜ਼ਾਹਰਾ ਵੀ ਹੈ, ਹਾਜ਼ਰਾ ਹਜ਼ੂਰ ਵੀ ਹੈ, ਉਹ ਬਿਲਕੁਲ ਜਿਹੜਾ ਹੈਗਾ ਅਗਮ ਅਗੋਚਰ ਵੀ ਹੈ। ਪਰ ਇਹਨਾਂ ਦੋਨਾਂ ਰੂਪਾਂ ਦੇ ਵਿੱਚ ਹੋਣਦਿਆਂ ਤੂੰ ਆਪਣੇ ਆਪ ਨੂੰ ਸਮਝ। ਇੱਥੇ ਬਚਨ ਆਇਆ ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ। ਸੋਝੀ ਤੈਨੂੰ ਪਏਗੀ, ਤੈਨੂੰ ਅਹਿਸਾਸ ਹੋਏਗਾ ਕਿ ਮੈਨੂੰ ਜ਼ਿੰਦਗੀ ਮਿਲੀ ਹੈ, ਇਹ ਕਿਸੇ ਵੱਡੇ ਪਰਪਸ ਤੇ ਮਕਸਦ ਲਈ ਮਿਲੀ ਹੈ, ਮੈਂ ਉਹਨੂੰ ਸਰਵ ਕਰਨਾ ਹੈਗਾ ਆ। ਇਹ ਆਪਣੇ ਆਪ ਨਾਲ ਸੈਲਫ ਕਮਿਟਮੈਂਟ ਹੁੰਦਾ ਆ। ਅਦਰਵਾਈਜ਼ ਬੰਦੇ ਨੂੰ ਤੇ ਨਸ਼ਾ, ਸ਼ਰਾਬ, ਵਕਾਰ, ਸੰਸਾਰ ਦਾ ਜਿਹੜੀ ਲਸ਼ਕ ਹੈ, ਚਮਕ, ਮਾਇਆ, ਇਲਿਊਜ਼ਨ ਕਿੱਥੇ ਛੱਡਦੀ ਹੈ। ਬੰਦਾ ਵੈਸੇ ਹੀ ਭਟਕ ਜਾਂਦਾ। ਜਿਹਨੂੰ ਸੋਝੀ ਪੈ ਜਾਏ ਨਾ, ਲਾਈਫ ਹੈ ਕਿਸੇ ਵੱਡੇ ਮਕਸਦ ਲਈ ਜੀਣਾ ਹੈਗਾ। ਗੁਰੂ ਬਾਬਾ ਜੀ ਕਹਿੰਦੇ ਜਿਹਨੂੰ ਸੋਝੀ ਪੈ ਗਈ, ਗੁਰ ਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ ਗੁਰਮੁਖ ਮਨ ਵਸਾਵਣਿਆ। ਇਹ ਨਾਨਕ ਕਹਿ ਉਹ ਫਿਰ ਨਾਮ ਦੀ ਸਲਾਹੁਤਾ 'ਚ ਲੱਗ ਜਾਂਦਾ ਤੇ ਗੁਰਮੁਖ ਮਨ ਵਸਾਵਣਿਆ, ਗੁਰੂ ਵੱਲ ਮੂੰਹ ਕਰਕੇ ਆਪਣੇ ਮਨ ਵਿੱਚ ਉਹ ਅੰਮ੍ਰਿਤ ਨਾਮ ਮਹਾਰਸ ਮਿੱਠਾ ਉਹਨੂੰ ਵਸਾ ਲੈਂਦਾ ਹੈਗਾ। ਸਾਹਿਬ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ, ਭੁੱਲਾਂ ਗਲਤੀਆਂ ਨਾ ਚਤਾਰਿਓ ਜੀ। ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।